ਫਰੀਦਾ ਰੁੱਤ ਫਿਰੀ ਬਣ ਕੰਬਿਆ, ਪੱਤ ਚੜੇ ਚੜ ਪਾਹੈ। ਚਾਰੇ ਕੁੰਡਾਂ ਟੂੰਡੀਆਂ ਰਹਿਣ ਕਿਥਾਹੂ ਨਾਹੇ। ਹੇ ਜਿਹਬੇ ਹੇ ਰਸਗੇ ਮਦਰ ਪ੍ਰਿਯ ਤੁਯੰ। ਸਤ ਹਤੰ ਪਰਮ ਬਾਦੰ ਆਵਤ ਇਥੈ ਸ਼ੁੱਧ ਅਛਰਣੈ। ਸਤ ਹਤੰ ਪਰਮ ਬਾਦੰ ਆਵਰਤ ਇਥੈ ਸ਼ੁੱਧ ਅਛਰਣੈ। ਗੋਬਿੰਦ ਦਾਮੋਦਰ ਮਾਧਵੇ ਗਰਵੰਤ ਨਾਰੀ ਮਦੋਨ ਮਤਯੰ। ਬਲਵੰਤ ਬਲਾਤ ਕਾਰਣੈ ਚਰਨ ਕਮਲ ਨਹਿ ਭਜੰਤ। ਤ੍ਰਿਣ ਸਮਾਨ ਤ੍ਰਿਗ ਜਨਮੈ ਤ੍ਰਿਗ ਸਮਾਨ ਜਨਮਨੈ। ਹੇ ਪਪੀਲ ਕਾ ਗ੍ਰਸਟੇ ਗੋਬਿੰਦ ਸਿਮਰਨ ਤੁਯ ਧਨੇ। ਨਾਨਕ ਅਨਿਕ ਵਾਰ ਨਮੋ ਨਮੈ। ਤ੍ਰਿਣੰ ਤਮੇਰੰ ਸਹਿਕੰ ਤਹਰਿਯੰ। ਬੂੜੰ ਤਤਰਿਯੰ ਊਣੰ ਤਪਰਿਯੰ। ਅੰਧਕਾਰ ਕੋਟ ਸੂਰ ਉਜਾਰੰ। ਬਿਨਵੰਤ ਨਾਨਕ ਹਰ ਗੁਰ ਦਇਆਰੰ। ਅੰਧਕਾਰ ਕੋਟ ਸੂਰ ਉਜਾਰੰ। ਬਿਨਵੰਤ ਨਾਨਕ ਹਰ ਗੁਰ ਦਇਆਰੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗਰੁੱਪ ਮੈਂਬਰ ਸਾਹਿਬਾਨ, ਗੁਰਮੁਖ ਸੱਜਣੋ, ਆਪ ਅੱਜ ਦੀ ਵਿਚਾਰ ਤੁੱਛ ਬੁੱਧੀ ਅਨੁਸਾਰ ਹਾਜ਼ਰ ਹੈ। ਪੰਚਮ ਨਾਨਕ ਧੰਨ ਧੰਨ ਗੁਰੂ ਅਰਜਨ ਦੇਵ ਜੀ। ਇਹ ਜਿਹੜੀ ਸੰਸਕ੍ਰਿਤੀ ਬਾਣੀ ਹੈ, ਇਹਦੇ ਅਗਲੇ ਸ਼ਲੋਕ ਹੈ, ਸਾਨੂੰ ਫਰਮਾਉਂਦੇ ਹੇ ਜੀਭੇ ਹੇ ਰਸਗੇ। ਹੇ ਰਸ ਲੈਣ ਵਾਲੀ ਜੀਭੇ, ਹੇ ਰਸਨਾ ਮਦਰ ਪ੍ਰਿਯ ਤੁਯੰ। ਤੈਨੂੰ ਸੰਸਾਰ ਦੀਆਂ ਚੀਜ਼ਾਂ ਚੰਗੀਆਂ ਲੱਗਦੀਆਂ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਤੂੰ ਹੋਰਾਂ ਚੀਜ਼ਾਂ ਦੇ ਵਿੱਚ ਰਸੀ ਹੋਈ ਹੈ, ਰਸਾਂ ਨੂੰ ਮਾਣਦੀ ਹੈ, ਪਦਾਰਥ ਮਿੱਠੇ ਲੱਗਦੇ ਹੈ। ਸਤ ਹਤਿਅੰ, ਸਤ ਵੱਲੋਂ ਤੇਰੀ ਹੱਤਿਆ ਹੋ ਗਈ ਹੈ, ਸਤ ਨਹੀਂ ਤੂੰ ਬੋਲ ਸਕਦੀ। ਪਰਮ ਬਾਦੰ ਆਵਰਤ, ਬਾਦ ਹੁੰਦਾ ਝਗੜਾ ਕਰਨਾ, ਬੜੇ ਬੜੇ ਝਗੜਿਆਂ ਵਿੱਚ ਤੂੰ ਪਈ ਹੋਈ ਹੈ। ਇੱਥੇ ਸ਼ੁੱਧ ਅਛਰਨ ਹੈ ਗੋਬਿੰਦ ਦਮੋਦਰ ਮਾਧਵੇ। ਇਹ ਜਿਹੜੇ ਸ਼ੁੱਧ ਅਛਰ ਹੈ ਗੋਬਿੰਦ ਦਮੋਦਰ ਮਾਧਵੇ ਵਾਹਿਗੁਰੂ ਰਾਮ, ਇਹਨਾਂ ਨੂੰ ਤੂੰ ਕਦੇ ਯਾਦ ਨਹੀਂ ਕਰਦੀ, ਇਹਨਾਂ ਦਾ ਕਦੇ ਜਾਪ ਨਹੀਂ ਕਰਦੀ। ਹੋਰ ਪਾਸੇ ਲੱਗੀ ਹੋਈ ਹੈ, ਇਹਨਾਂ ਦਾ ਜਾਪ ਕਰ। ਚਰਨ ਗਰਵੰਤ ਨਾਰੀ ਮਦੋਨ ਮਤਯੰ। ਨਾਰੀਆਂ ਦੀ ਮਸਤੀ ਵਿੱਚ ਮਸਤਿਆ ਹੋਇਆ ਮਨ ਗਰਵ ਕਰਦਾ ਹੈ। ਬਲਵੰਤ ਬਲਾਤ ਕਾਰਨ ਹੈ, ਬਲ ਵਾਲਾ ਹੈ, ਬਲ ਕਰਕੇ ਬਲਾਤਕਾਰ ਕਰਦਾ ਹੈ, ਦੂਜਿਆਂ ਨੂੰ ਤੰਗ ਕਰਦਾ ਹੈ। ਚਰਨ ਕਮਲ ਨਹਿ ਭਜੰਤ। ਵਾਹਿਗੁਰੂ ਦੇ ਚਰਨ ਕਮਲਾਂ ਨੂੰ, ਗੁਰੂ ਦੇ ਚਰਨ ਕਮਲਾਂ ਨੂੰ ਤੂੰ ਕਦੇ ਭਜਦਾ ਨਹੀਂ, ਕਦੇ ਉਹਨਾਂ ਨੂੰ ਧਿਆਨ ਨਹੀਂ ਲਾਉਂਦਾ। ਤ੍ਰਿਣ ਸਮਾਨ ਤ੍ਰਿਗ ਜਨਮਨੈ। ਇੱਕ ਤੀਲੇ ਦੇ ਸਮਾਨ ਤ੍ਰਿਗ ਹੈ ਤੇਰਾ ਜਨਮ। ਇੱਕ ਤ੍ਰਿਣ ਹੈ ਤੂੰ, ਕੁਛ ਵੀ ਨਹੀਂ ਹੈ, ਆਪਣੇ ਆਪ ਨੂੰ ਬੜਾ ਨਾ ਸਮਝ। ਹੇ ਪਪੀਲ ਕਾ ਗ੍ਰਸਟੇ ਗੋਬਿੰਦ ਸਿਮਰਨ ਤੋਏ ਤਨੇ। ਹੇ ਕੀੜੀ, ਤੇਰੇ ਚ ਨਿਮਰਤਾ ਹੈ, ਤੂੰ ਬਹੁਤ ਭਾਰੀ ਹੈ, ਨਿੱਗਰ ਹੈ, ਕਿਉਂਕਿ ਤੇਰੇ ਪੱਲੇ ਸਿਮਰਨ ਹੈ ਗੋਬਿੰਦ ਦਾ। ਜਿਹੜਾ ਗੋਬਿੰਦ ਨੂੰ ਭਜਦਾ ਉਹ ਵੱਡਾ ਹੈ, ਦੂਜਾ ਹੌਲਾ ਹੈ। ਜਿਹੜਾ ਪਰਮਾਤਮਾ ਦਾ ਧਿਆਨ ਰੱਖਦਾ ਹੈ ਉਹ ਭਾਰੀ ਹੈ, ਉਹ ਗ੍ਰਸਟ ਹੈ, ਦੂਜੇ ਸਭ ਹੌਲੇ ਹੈ, ਹੌਰੇ।
ਨਾਨਕ ਅਨੇਕ ਵਾਰ ਨਮੋ ਨਮः। ਗੁਰੂ ਪਾਤਸ਼ਾਹ ਫਰਮਾਉਂਦੇ ਅਨੇਕ ਵਾਰ ਤੈਨੂੰ ਬੰਦਨਾ ਹੈ, ਨਮੋ ਨਮः ਨਮੋ ਨਮः। ਬਾਰ ਬਾਰ ਤੈਨੂੰ ਨਮਸਕਾਰ ਹੈ, ਤੇਥੋਂ ਬਲਿਹਾਰ ਹੈ। ਤ੍ਰਿਣਮ ਧਮੇਰਮ, ਤੂੰ ਤੀਲੇ ਤੋਂ ਮੇਰ ਪਹਾੜ ਬਣਾ ਦੇਣਾ। ਇੱਕ ਕੱਖਾਂ ਦੀ ਇੱਕ ਤਿੜ ਤੋਂ ਮੇਰ ਪਹਾੜ ਬਣਾ ਦੇਣਾ। ਸਹਿਕੰਗ ਤਾਂ ਹਰੀਆਂ, ਸੁੱਕਿਆਂ ਨੂੰ ਹਰਾ ਕਰ ਦੇਣਾ। ਪੂਰਨ ਤਾਂ ਤਰੀਆਂ, ਡੁੱਬਦਿਆਂ ਨੂੰ ਤੂੰ ਧਾਰ ਦੇਣਾ। ਜਿਵੇਂ ਮੱਖਣ ਸ਼ਾਹ ਲੁਬਾਣੇ ਦਾ ਬੇੜਾ ਤਾਰਿਆ ਸੀ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਊਣਨ ਤਾਂ ਭਰੀਆਂ, ਊਣਿਆਂ ਨੂੰ ਭਰ ਦੇਣਾ, ਖਾਲੀਆਂ ਨੂੰ ਭਰ ਦੇਣਾ। ਅੰਧਕਾਰ ਕੋਲ ਸੂਰ ਉਜਾਰਮ, ਅੰਧੇਰਿਆ ਜਿੱਥੇ ਅੰਧਕਾਰ ਹੁੰਦਾ ਉਹਦੇ ਵਿੱਚ ਕਰੋੜਾਂ ਸੂਰਜਾਂ ਜਿੰਨਾ ਚਾਨਣਾ ਕਰ ਦਿੰਦਾ। ਮਤਲਬ ਜਿਹੜੇ ਮਨ ਸਾਡੇ ਡੁਐਲਿਟੀ 'ਚ ਪਏ ਹੋਏ ਆ, ਡੁਐਲਿਟੀ ਅੰਧਕਾਰ ਹੈ, ਇਹਦੇ ਵਿੱਚ ਗੁਰੂ ਦੇ ਸ਼ਬਦ ਦੇ ਨਾਲ ਕਰੋੜਾਂ ਹੀ ਸੂਰਜਾਂ ਜਿੰਨਾ ਪ੍ਰਕਾਸ਼ ਕਰ ਦਿੰਦਾ। ਬਿਨਵੰਤ ਨਾਨਕ ਹਰ ਗੁਰ ਦਇਆਰਮ। ਗੁਰੂ ਨਾਨਕ ਪਾਤਸ਼ਾਹ ਪੰਚਮ ਰੂਪ 'ਚ ਬੇਨਤੀ ਕਰਦੇ ਆ, ਹਰ ਗੁਰ ਦਇਆਰਮ, ਹੇ ਹਰੀ ਗੁਰੂ ਕਿਰਪਾ ਕਰੋ, ਤੁਸੀਂ ਦਿਆਲੂ ਹੋ, ਸਾਡੇ ਅੰਦਰ ਵੀ ਇਹ ਉਜਾਲਾ ਕਰ ਦਿਓ, ਉਜਾਲਾ ਕਰ ਦਿਓ। ਗੁਰੂ ਸਾਹਿਬ ਤਾਂ ਉਜਾਲੇ ਹੋਏ ਸੀ ਤੇ ਉਹ ਸਾਡੇ ਵਾਸਤੇ ਬੇਨਤੀ ਕਰ ਰਹੇ। ਕਿਉਂਕਿ ਫਸਟ ਪਰਸਨ 'ਚ ਜਦੋਂ ਵੀ ਕੋਈ ਨੈਗੇਟਿਵ ਬਾਤ ਕਹਿਣੀ ਹੁੰਦੀ ਹੈ ਤਾਂ ਗੁਰੂ ਸਾਹਿਬ ਔਰ ਭਗਤ ਸਾਹਿਬਾਨ ਆਪਣੇ ਉੱਪਰ ਲਗਾਉਂਦੇ ਆ। ਜਦੋਂ ਕਿਸੇ ਨੂੰ ਵਡਿਆਈ ਦੇਣੀ ਹੁੰਦੀ ਹੈ ਤਾਂ ਦੂਜੇ ਦੀ ਕਰਦੇ, ਆਪਣੀ ਨਹੀਂ ਕਰਦੇ ਕਦੇ ਵੀ। ਇਹ ਮੋਡੈਸਟੀ ਹੈ, ਨਿਮਰਤਾ ਹੈ। ਇਹਦੋਂ ਹਉਮੈ ਹੰਕਾਰ ਤੋਂ ਬਚਣ ਦਾ ਇੱਕ ਤਰੀਕਾ ਹੁੰਦਾ ਹੈ। ਕੋਈ ਵੀ ਬੁਰੀ ਗੱਲ ਆਪਣੇ ਉੱਪਰ ਲੈ ਲਓ ਤੇ ਜਿਹੜੀ ਕੋਈ ਚੰਗੀ ਗੱਲ ਹੈ, ਕਿਸੇ ਦੀ ਵਡਿਆਈ ਦੀ ਗੱਲ ਹੈ, ਉਹਨੂੰ ਦੂਜੇ ਤੇ ਦੇ ਦਿਓ। ਬਹੁਤ ਵਧੀਆ ਤਰੀਕਾ ਹਉਮੈ ਤੋਂ ਬਚਣ ਦਾ। ਤੋ ਸਾਧ ਸੰਗਤ ਜੀ, ਅੱਜ ਦੀ ਵਿਚਾਰਤਾ ਇੰਨੀ ਹੈ, ਸ਼ਾਇਦ ਕੱਲ੍ਹ ਨੂੰ ਸਮਾਪਤੀ ਹੋ ਜੇ। ਬਾਕੀ ਜਿਵੇਂ ਸੰਗਤ ਦਾ ਹੁਕਮ ਹੋਊਗਾ ਉਵੇਂ ਚੱਲਾਂਗੇ ਅੱਗੇ। ਗੁਰੂ ਮਹਾਰਾਜ ਨੌਵੇਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਰੀ ਸ੍ਰਿਸ਼ਟੀ ਦੀ ਚਾਦਰ, ਹਿੰਦ ਦੀ ਚਾਦਰ ਇਕੱਲੀ ਨਹੀਂ, ਸਾਰੀ ਸ੍ਰਿਸ਼ਟੀ ਦੀ ਚਾਦਰ। ਉਹ ਕੇਵਲ ਇਹ ਕਹਿਣਾ ਵੀ ਹਿੰਦੂਆਂ ਦੀ ਰੱਖਿਆ ਖਾਤਰ ਉਹਨਾਂ ਨੇ ਆਪਣਾ ਸੀਸ ਦਿੱਤਾ, ਆਪਣਾ ਸਿਰ ਦਾ ਜਿਹੜਾ ਠੀਕਰ ਹੈ ਉਹ ਫੋੜਿਆ ਔਰੰਗਜ਼ੇਬ ਦੇ ਸਿਰ, ਦਿੱਲੀ ਪਤੀ ਦੇ। ਉਹ ਅਗਰ ਉੱਥੇ ਕੋਈ ਹੋਰ ਵੀ ਜ਼ੁਲਮ ਕਰਦਾ ਤਾਂ ਉਸ ਤਰ੍ਹਾਂ ਹੀ ਫੇਰ ਵੀ ਕਰਦੇ ਗੁਰੂ ਸਾਹਿਬ। ਜੇ ਕੋਈ ਹਿੰਦੂ ਕਰਦਾ ਜ਼ੁਲਮ ਤਾਂ ਉਹਦੇ ਵਰਖਲਾਫ ਵੀ ਕਰਦੇ। ਔਰ ਕਹਿਣ 'ਚ ਕੋਈ ਡਾਊਟ ਨਹੀਂ, ਜੇ ਕੋਈ ਸਿੱਖ ਬਾਣੇ ਦੇ ਵਿੱਚ ਕੋਈ ਜ਼ੁਲਮ ਕਰੇ, ਉਹ ਜ਼ੁਲਮ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਹੈ ਸਿੱਖ ਧਰਮ ਦੇ ਵਿੱਚ। ਜਿਹੜੇ ਜਨੇਊ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ, ਉਸੇ ਜਨੇਊ ਦੀ ਰੱਖਿਆ ਵੀ ਕਰੀ ਨੌਵੇਂ ਜਾਮੇ 'ਚ। ਇਹ ਹੈ ਗੁਰਮਤਿ ਨੂੰ ਸਮਝਣਾ ਬੜਾ ਮੁਸ਼ਕਲ ਹੈ, ਕਿਉਂਕਿ ਭਾਵਨਾ ਨਾਲ ਜੁੜੀ ਹੋਈ ਹੈ ਹਰ ਗੱਲ, ਇਸ਼ੂ ਨਾਲ ਜੁੜੀ ਹੋਈ ਹੈ। ਜੇ ਇਸ਼ੂ ਚੰਗਾ ਹੈ ਤਾਂ ਉਹ ਗੱਲ ਚੰਗੀ ਹੈ, ਜੇ ਇਸ਼ੂ ਮਾੜਾ ਹੈ ਤਾਂ ਮਾੜੀ। ਅੰਧ ਵਿਸ਼ਵਾਸ ਕਰਕੇ ਜਨੇਊ ਪਾਉਣਾ ਸੀ, ਉਹ ਨਹੀਂ ਪਾਇਆ, ਪਹਿਨਿਆ ਗੁਰੂ ਸਾਹਿਬ ਨੇ। ਜਿੱਥੇ ਉਹਨਾਂ ਨੂੰ ਜ਼ਬਰਦਸਤੀ ਤੰਗ ਕਰਕੇ ਜਨੇਊ ਉਤਾਰਿਆ ਜਾ ਰਿਹਾ ਸੀਗਾ, ਫਿਰ ਗੁਰੂ ਸਾਹਿਬ ਨੇ ਆਪਣੀ ਜਾਨ ਦੀ ਬਾਜੀ ਵੀ ਲਗਾਤੀ। ਤੇ ਜਦੋਂ ਪੰਡਤ ਆਏ ਕਸ਼ਮੀਰ ਤੋਂ, ਉਹ ਕਸ਼ਮੀਰੀ ਪੰਡਤ ਐਵੇਂ ਨਹੀਂ ਸੀ ਆ ਗਏ, ਗੁਰੂ ਸਾਹਿਬ ਦੇ ਨਾਲ ਉਹਨਾਂ ਦੀਆਂ ਤੰਦਾਂ ਸੀਗੀਆਂ। ਗੁਰੂ ਨਾਨਕ ਪਾਤਸ਼ਾਹ ਕਸ਼ਮੀਰ ਦੇ ਵਿੱਚ ਉਹਨਾਂ ਦੇ ਬਾਬੇ ਪੜਦਾਦਿਆਂ ਕੋਲ ਜਾ ਕੇ ਰਹੇ ਸੀਗੇ। ਉਹ ਬਹੁਤ ਬੜਾ ਗਿਆਨੀ ਸੀਗਾ ਉਸ ਟਾਈਮ ਦਾ। ਉਹ ਸਿੱਖ ਮਾਰਗ ਵਿੱਚ ਆ ਗਿਆ ਸੀਗਾ, ਸਾਰੀ ਦੁਨੀਆ ਨੂੰ ਜਿੱਤ ਲੈਂਦਾ ਸੀ ਉਹ। ਸਾਰੇ ਵਿਦਵਾਨਾਂ ਦੀਆਂ ਕਿਤਾਬਾਂ ਵੀ ਉਹ ਫਿਰ ਖੋਲ੍ਹ ਲੈਂਦਾ ਸੀ ਇਹਨਾਂ ਨੂੰ ਹਰਾ ਕੇ। ਉਸੇ ਦੀ ਖਾਨਦਾਨ 'ਚੋਂ ਸੀ ਉਹ ਅੱਗੇ। ਤੇ ਗੁਰੂ ਸਾਹਿਬ ਨੂੰ ਉਹਨਾਂ ਦਾ ਜਿਹੜਾ ਕੋਈ ਅੱਗੇ ਸੀਗੇ, ਨਾਮ ਵੀ ਹੈ ਉਹਨਾਂ ਦਾ ਇਤਿਹਾਸ 'ਚ, ਉਹ ਪੜ੍ਹਾਉਂਦੇ ਵੀ ਰਹੇ ਆ ਪਹਿਲਾਂ, ਜਾਣਕਾਰੀ ਸੀ, ਐਵੇਂ ਨਹੀਂ ਆ ਗਏ ਸੀਗੇ। ਔਰ ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀਓ, ਇਹ ਜਿਹੜੀਆਂ ਅੰਗਲੀਆਂ ਸੰਗਲੀਆਂ ਇਸ ਤਰ੍ਹਾਂ ਸਾਰੇ ਸਿੱਖ ਇਤਿਹਾਸ 'ਚ ਜਿਵੇਂ
ਲਾਲਾ ਨੂੰ ਸਰਹੰਦ ਦੇ ਵਿੱਚ ਦੁੱਧ ਪਿਲਾਉਣ ਵਾਲਾ ਮੋਤੀ ਮਹਿਰਾ, ਉਹ ਰਿਸ਼ਤੇਦਾਰ ਸੀ ਸਿੱਧਾ ਹੀ ਛੱਜੂ ਦਾ, ਜਿਹਦੇ ਕੋਲੋਂ ਅਰਥ ਕਰਵਾਏ ਸੀ ਪੰਜੋਖਰੇ। ਉਹ ਛੱਜੂ ਦਾ ਲੜਕਾ ਪੰਜ ਪਿਆਰਿਆਂ ਵਿੱਚ ਵੀ ਸੀ, ਭਾਈ ਹਿੰਮਤ ਸਿੰਘ ਜੀ। ਤੋ ਇਹ ਐਵੇਂ ਨਹੀਂ ਹੋ ਕੋਈ ਗੱਲਾਂ ਹੋਈਆਂ, ਇਹਨਾਂ ਦਾ ਨਾਲ ਪਿੱਛੇ ਬਹੁਤ ਸੰਬੰਧ ਸੀਗੇ ਇਹਨਾਂ ਪਰਿਵਾਰਾਂ ਦੇ। ਜਿਹੜਾ ਦੁੱਧ ਪਿਲਾਉਣ ਦਾ ਕਾਰਜ ਹੈ ਉਹ ਕੋਈ ਐਵੇਂ ਨਹੀਂ ਸੀ ਹੋ ਗਿਆ, ਉਹ ਪਰਿਵਾਰ ਸਮਰਪਿਤ ਸੀ ਸਿੱਖੀ ਨੂੰ। ਐਸੇ ਤਰੀਕੇ ਨਾਲ ਭਾਈ ਗਨੀ ਖਾਂ, ਨਬੀ ਖਾਂ, ਉਹ ਗੁਰੂ ਸਾਹਿਬ ਦੇ ਪਿੱਛੇ ਉਹਨਾਂ ਨੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਪਲੰਗਾ ਬਾਹਰ ਉੱਥੋਂ ਕੱਢਿਆ ਖਤਰੇ 'ਚੋਂ। ਇਹ ਵੀ ਕੋਈ ਆਪਣੇ ਆਪ ਨਹੀਂ ਗੱਲ ਹੋ ਗਈ ਹੈ, ਗੁਰੂ ਮਹਾਰਾਜ ਦੇ ਪ੍ਰਤੀ ਪ੍ਰੇਮ ਸੀ ਉਹਨਾਂ ਦਾ। ਉਹ ਘੋੜੇ ਖਰੀਦਣ ਜਾਇਆ ਕਰਦੇ ਸੀ ਅੱਗੇ ਪਹਾੜ 'ਚ ਅਨੰਦਪੁਰ ਸਾਹਿਬ, ਗੁਰੂ ਸਾਹਿਬ ਨੂੰ ਘੋੜੇ ਵੀ ਦਿਆ ਕਰਦੇ ਸੀ ਔਰ ਉੱਥੇ ਅਟਕ ਕੇ ਵੀ ਜਾਇਆ ਕਰਦੇ ਸੀ, ਜਾਣ ਪਛਾਣ ਸੀ। ਔਰ ਜਿਹੜੀ ਮਾਈ ਉਮਰੀ ਦੇ ਉਹ ਲੜਕੇ ਸੀਗੇ, ਉਹ ਨਿਹੰਗ ਖਾਂ ਕੋਟਲੇ ਵਾਲੇ ਦੀ ਭੂਆ ਸੀਗੀ, ਜਿਹੜੇ ਕਿ ਕੋਟਲੇ ਨਿਹੰਗ ਦੇ ਕੋਲ 3 ਗੁਰੂ ਸਾਹਿਬਾਨਾਂ ਨੇ ਆਪਣੇ ਚਰਨ ਵੀ ਪਾਏ ਪਹਿਲਾਂ। ਔਰ ਦਸ਼ਮੇਸ਼ ਜੀ ਉੱਥੇ 2 ਵਾਰ ਅਟਕੇ ਵੀ ਹੈ। ਇਸ ਅੰਗਲੀਆਂ ਸੰਗਲੀਆਂ ਇਤਿਹਾਸ ਦੇ ਵਿੱਚ ਆਉਂਦੀਆਂ, ਕੋਈ ਐਵੇਂ ਨਹੀਂ ਬਈ ਸੁਤੇ ਸਿੱਧ ਕੋਈ ਘਟਨਾ ਵਾਪਰ ਗਈ। ਪਹਿਲਾਂ ਤੋਂ ਹੀ ਇਹਨਾਂ ਪਰਿਵਾਰਾਂ ਦੇ ਆਪਸ ਵਿੱਚ ਸੰਬੰਧ ਸੀਗੇ। ਔਰ ਲਿਖਤ ਵਿੱਚ ਇਹ ਵੀ ਆਉਂਦਾ ਹੈ ਵੀ ਜਦੋਂ ਪਰਿਵਾਰ ਵਿਛੋੜਾ ਹੋਇਆ, ਚੱਕ ਢੇਰੇ ਤੋਂ ਜਿੱਥੋਂ ਕਿਸ਼ਤੀ ਦੇ ਰਾਹੀਂ ਪਾਰ ਕੀਤਾ, ਦੂਜੇ ਦਿਨ ਮਾਤਾ ਜੀ ਔਰ ਸਾਹਿਬਜ਼ਾਦਿਆਂ ਨੇ ਜਿੱਥੇ ਗੰਗੂ ਮਿਲਿਆ, ਗੰਗੂ ਨੂੰ ਇਹ ਕਿਹਾ ਵੀ ਸੀ ਉਹਨਾਂ ਨੇ ਵੀ ਸਾਨੂੰ ਤੂੰ ਉੱਥੇ ਲੈ ਚੱਲ, ਕੋਟਲੇ ਨਿਹੰਗ ਖਾਂ, ਵੀ ਉਹ ਪ੍ਰੇਮੀ ਹੈ ਸਾਡਾ, ਭਾਵੇਂ ਕਿ ਉਹ ਪਠਾਨ ਹੈ, ਮੁਸਲਮਾਨ ਹੈ, ਪਰ ਉਹ ਗੁਰੂ ਘਰ ਦਾ ਤੈਸ਼ੀ ਸੀ। ਲੇਕਿਨ ਗੰਗੂ ਦੀ ਜਿਹੜੀ ਲਲਚਾਈ ਨਜ਼ਰ ਸੀ ਉਹ ਖੁਰਜੀ ਤੇ ਸੀ। ਉਹ ਚਾਹੁੰਦਾ ਸੀ ਵੀ ਮੈਂ ਖੁਰਜੀ ਹਥਿਆਵਾਂ ਕਿਸੇ ਵੀ ਤਰੀਕੇ ਨਾਲ। ਉਹ ਸਹੇੜੀ ਵੱਲ ਲੈ ਗਿਆ। ਤੋ ਇਹ ਵੀ ਇਤਿਹਾਸ ਦੀ ਨਵੀਂ ਖੋਜ ਹੈ ਸਾਧ ਸੰਗਤ ਜੀ। ਉਹ ਇੱਕ ਰਾਤ ਕਾਈਨੌਰ ਵੀ ਬੈਠਿਆ ਹੈ, ਜਿੱਥੇ ਹੁਣ ਸਭਾ ਵੀ ਭਰਨ ਲੱਗ ਗਈ ਹੈ, ਇਕੱਠ ਹੋਣ ਲੱਗ ਗਿਆ, ਜੋੜ ਮੇਲਾ ਹੁੰਦਾ ਹੈ ਸਾਹਿਬਜ਼ਾਦਿਆਂ ਦੀ ਯਾਦ 'ਚ। ਚੱਕ ਢੇਰੇ ਵਾਲੀ ਰਾਤ ਤੋਂ ਅਗਲੀ ਰਾਤ ਕਾਈਨੌਰ ਦੀ ਹੋਈ ਹੈ। ਇਹ ਨਵੀਂ ਖੋਜ ਹੋਈ ਹੈ। ਬਲਬੀਰ ਸਿੰਘ ਬਲ ਨਾਂ ਦਾ ਕੋਈ ਸ਼ਰਧਾਲੂ ਸੀ ਮਹਾਰਾਜੇ ਪਟਿਆਲੇ ਕੋਲ, ਉਹ ਜ਼ਿਆਰਤ ਕਰਨ ਆਇਆ ਸੀ ਗੁਰੂ ਧਾਮਾਂ ਦੀ। ਉਹਨੇ ਇਹ ਇਸ ਤਰ੍ਹਾਂ ਲਿਖ ਕੇ ਰੱਖੀਆਂ ਹੋਈਆਂ ਸੀ, ਜਿਹੜੀਆਂ ਕਿ ਹੁਣ ਪਟਿਆਲਾ ਯੂਨੀਵਰਸਿਟੀ ਵੱਲੋਂ ਕਿਸੇ ਲੇਡੀ ਸਕੋਲਰ ਨੇ ਉਹ ਛਾਪੀ ਹੈ ਕਿਤਾਬ, ਦਾਸਰੇ ਨੇ ਵੀ ਪੜ੍ਹੀ ਹੈ। ਉਹਦੇ ਵਿੱਚ ਜ਼ਿਕਰ ਆਉਂਦਾ ਹੈ जोरावर फतेह सिंह माता गुजरी साथ काइनौर के तल के बसे एक पुर रात। ਉਹ ਖਰੜੇ 'ਚ ਉਹਨੇ ਲਿਖਿਆ ਵਾ ਸੀਗਾ ਵੀ ਮਾਤਾ ਗੁਜਰੀ ਸਮੇਤ ਦੋਨੋਂ ਸਾਹਿਬਜ਼ਾਦਿਆਂ ਦੇ, ਆਪਣੇ ਪੋਤਰਿਆਂ ਦੇ, ਇੱਕ ਰਾਤ ਮਾਤਾ ਗੁਜਰੀ ਆਪਣਾ ਕਾਈਨੌਰ ਦੇ ਜਿਹੜਾ ਸਰੋਵਰ ਹੈ, ਤਲ ਹੈ ਸਰੋਵਰ, ਉਹਦੇ ਕੰਢੇ ਰਹੇ। ਉੱਥੇ ਹੁਣ ਗੁਰਦੁਆਰਾ ਸਾਹਿਬ ਵੀ ਵਧੀਆ ਬਣ ਗਿਆ। ਪਹਿਲਾਂ ਤਾਂ ਉੱਥੇ ਮਾਨਤਾ ਸੀ, ਦਾਸਰੇ ਨੇ ਵੀ ਦੇਖੀ ਹੈ, ਇੱਕ ਸਮਾਧ ਬਣੀ ਵੀ ਹੁੰਦੀ ਸੀ, ਉਹਨੂੰ ਕਦੇ ਕਦਾਈ ਕੋਈ ਸਿੰਘ ਸਫੈਦੀ ਵੀ ਕਰਦੇ ਸੀ, ਉੱਥੇ ਮੱਥਾ ਟੇਕਦੇ ਹੁੰਦੇ। ਜਦੋਂ ਖੋਜ ਦਾ ਪਤਾ ਲੱਗਿਆ, ਭਾਈ ਸੁਰਿੰਦਰ ਸਿੰਘ ਕੋਈ ਸਿੱਖ ਵਿਦਿਆਰਥੀ ਹੈ, ਸਿੱਖ ਆਪਣਾ ਇਤਿਹਾਸਕਾਰ ਹੈ, ਉਹਨਾਂ ਨੇ ਆ ਕੇ ਪਿੰਡ ਵਾਲਿਆਂ ਨੂੰ ਬੇਨਤੀ ਕਰੀ ਵੀ ਇਹ ਤਾਂ ਬਹੁਤ ਭਜਨੀਕ ਜਗ੍ਹਾ ਸੀਗੀ, ਬਹੁਤ ਸੁੰਦਰ ਰਮਣੀਕ ਜਗ੍ਹਾ ਸੀ ਉਦੋਂ, ਜਦੋਂ ਮਾਤਾ ਜੀ ਇੱਥੇ ਆ ਕੇ ਰਾਤ ਨੂੰ ਸਾਹਿਬਜ਼ਾਦਿਆਂ ਸਮੇਤ ਪਧਾਰੇ, ਰਾਤ ਕੱਟੀ ਹੈ। ਇਸ ਤਲਾਅ ਦੇ ਵਿੱਚੋਂ ਜਲ ਵੀ ਛਕਿਆ ਹੋਊ, ਹੱਥ ਮੂੰਹ ਵੀ ਪਵਿੱਤਰ ਕਰੇ ਹੋਣਗੇ, ਕਿਉਂਕਿ ਉਦੋਂ ਤਲਾਵਾਂ ਦੇ ਪਾਣੀ ਨਾਲ ਹੀ ਇਸ ਤਰ੍ਹਾਂ ਸਾਰਾ ਕੁਝ ਹੁੰਦਾ ਸੀ, ਮੋਟਰਾਂ ਨਲਕੇ ਤਾਂ ਕੋਈ ਹੈ ਨਹੀਂ ਸੀ, ਜਾਂ ਖੂਹ ਜਾਂ ਤਲਾਬ। ਤੋ ਸਾਧ ਸੰਗਤ ਜੀ, ਉਹ ਤਲਾਬ ਤਾਂ ਇਸ ਟਾਈਮ ਬੜੀ ਢਹਿੰਦੀ ਕਲਾ 'ਚ ਹੈ, ਉੱਥੇ ਘੋੜੇ ਫਿਰਦੇ ਆ, ਵਿੱਚ ਲਿੱਦ ਕਰਦੇ ਆ। ਗੁਰਦੁਆਰਾ ਸਾਹਿਬ ਬਣ ਗਿਆ, ਪਰ ਉਹ ਤਲਾਬ ਨਹੀਂ ਬਣ ਰਿਹਾ, ਕਿਉਂਕਿ ਉਹਦੇ ਉੱਪਰ ਨੂੰ ਇੱਕ ਬਿਜਲੀ ਦੀਆਂ ਜਿਹੜੀਆਂ ਖੰਭਿਆਂ ਦੀਆਂ ਬੜੀਆਂ ਤਾਰਾਂ ਦਿੱਲੀ ਵੱਲ ਨੂੰ ਜਾਂਦੀਆਂ, ਉਹ ਹੈ ਉਹਦੇ ਉੱਪਰ ਨੂੰ ਲੰਘਦੀਆਂ। ਉਹਨਾਂ 'ਚ ਕਰੰਟ ਵੀ ਬਹੁਤ ਹੁੰਦਾ, ਜਿਹੜਾ ਪਾਣੀ ਭਰ ਜੇ ਤਾਂ ਉਹ ਪਾਣੀ 'ਚ ਕਰੰਟ ਆ ਜਾਂਦਾ, ਤਾਂ ਉਹਦੇ ਹੇਠਾਂ ਕੰਸਟਰਕਸ਼ਨ ਕਰੀ ਵੀ ਨਹੀਂ ਜਾ ਸਕਦੀ। ਇਹ ਤਾਂ ਹੁਣ ਗੁਰੂ ਮਹਾਰਾਜ ਜੀ ਕਿਤੇ ਕਿਰਪਾ ਕਰੂਗਾ ਤਦ ਹੀ ਹੈ, ਅਦਰਵਾਈਜ਼ ਉਹ ਬੜੀ ਖਸਤਾ ਹਾਲਤ ਵਿੱਚ ਹੈ ਜਿਹੜਾ ਤਲਾਅ ਹੈ। ਕੋਸ਼ਿਸ਼ ਤਾਂ ਹੈ ਜਾਰੀ ਸੰਗਤ ਵੱਲੋਂ ਵੀ, ਜੇ ਕੁਛ ਬਣ ਜੇ
ਪਿੱਛੇ ਜੇ ਹੁਣ ਪੰਚਾਇਤ ਨੇ ਉਹਦੇ ਵਿੱਚ ਸੀਵਰੇਜ ਦਾ ਪਾਣੀ ਵੀ ਕੁਛ ਘਰਾਂ ਦਾ ਪਾ ਦਿੱਤਾ ਹੈ। ਅਣਜਾਣਪਣਾ ਹੈ ਸਾਡਾ ਸਿੱਖ ਧਰਮ ਦਾ, ਸਿੱਖ ਧਰਮ ਪ੍ਰਤੀ, ਆਪਣੇ ਇਤਿਹਾਸ ਪ੍ਰਤੀ। ਚਲੋ ਉਹ ਤਾਂ ਹੋ ਜੂ ਪੰਚਾਇਤ ਨੂੰ ਕਹਿ ਕੇ ਹੱਲ ਕਿਸੇ ਤਰੀਕੇ ਨਾਲ, ਪਰ ਉੱਪਰੋਂ ਜਿਹੜੀਆਂ ਤਾਰਾਂ ਲੰਘਦੀਆਂ ਉਹਨਾਂ ਦਾ ਹੀਲਾ ਕੋਈ ਬਣਦਾ ਦਿਖਦਾ ਨਹੀਂ ਅਜੇ। ਸੈਂਟਰ ਗੌਰਮੈਂਟ ਹੀ ਕੁਛ ਕਰੇ ਤਾਂ ਕਰ ਸਕਦੀ ਹੈ। ਸੋ ਸਾਧ ਸੰਗਤ ਜੀ, ਇਹ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿਚਾਰ ਦੇ ਵਿੱਚ ਇਹ ਵਿਚਾਰਾਂ ਅੱਜ ਆ ਗਈਆਂ ਨਾਲ। ਉਹ ਜਿਹੜਾ ਉਹਨਾਂ ਨੇ ਸੀਸ ਦਿੱਤਾ ਹੈ ਉਹ ਖਲਕਤ ਖਾਤਰ, ਸਾਰੀ ਲੋਕਾਈ ਖਾਤਰ ਦਿੱਤਾ, ਨਾ ਕਿ ਹਿੰਦੂ ਧਰਮ ਦੀ ਚਾਦਰ ਬਣੇ, ਉਹ ਸ੍ਰਿਸ਼ਟੀ ਦੀ ਚਾਦਰ ਬਣੇ। ਲਿਖਤ ਵਿੱਚ ਵੀ ਪੁਰਾਣੀਆਂ 'ਚ ਸ੍ਰਿਸ਼ਟੀ ਦੀ ਉਹ ਚਾਦਰ ਆਉਂਦਾ, ਤੋੜ ਮਰੋੜ ਕੇ ਪੇਸ਼ ਕਰਨ ਲੱਗ ਪਏ ਇਤਿਹਾਸ ਨੂੰ। ਖਾਸ ਕਰਕੇ ਜਿਹੜੇ RSS ਵਾਲੇ ਹੈ, ਇਹਨਾਂ ਨੇ ਬਹੁਤ ਸਾਰੇ ਵਿਦਵਾਨ ਲਗਾਏ ਹੋਏ ਇਸ ਗੱਲ ਪਰ ਵੀ ਸਿੱਖ ਧਰਮ ਨੂੰ ਤੋੜੋ ਔਰ ਮਰੋੜੋ। ਇਹ ਜਿਹੜੇ ਆਪਣੇ ਇਤਿਹਾਸਕਾਰ ਹੈ ਉਦੋਂ ਕੇ ਸਾਹਿਬ, ਉਹਨਾਂ ਨੇ ਇਹ ਗੱਲਾਂ ਕੱਢੀਆਂ, ਖੋਜੀਆਂ ਉਹਨਾਂ ਦੇ ਵਿੱਚ ਜਾ ਕੇ ਵੀ ਕਿਆ ਲੱਗੇ ਹੋਏ ਕਰਨ। ਉਹ ਲੱਖਾਂ ਦੀ ਗਿਣਤੀ 'ਚ ਕਿਤਾਬਾਂ ਵੀ ਬਣਦੇ ਆ ਫਿਰ ਉਹ ਸ਼ਹਿਰਾਂ 'ਚ, ਤਾਂ ਕਿ ਲੋਕਾਂ ਦਾ ਦਿਮਾਗ ਉੱਧਰ ਨੂੰ ਹੋ ਜੇ। ਇਤਿਹਾਸ ਨੂੰ ਬਿਲਕੁਲ ਤੋੜ ਮਰੋੜ ਕੇ ਆਪਣੇ ਐਂਗਲ ਤੋਂ ਪੇਸ਼ ਕਰਦੇ ਆ। ਉਹ ਸੁਚੇਤ ਹੋਣ ਦੀ ਲੋੜ ਵੀ ਹੈ। ਜੇ ਸਾਨੂੰ ਪਤਾ ਹੋਊਗਾ ਵੀ ਇਹ ਕੰਮ ਹੁੰਦਾ, ਫਿਰ ਆਪਾਂ ਹੋਰ ਸੁਚੇਤ ਹੋ ਜਾਂਦੇ। ਕੋਈ ਅਪਸ਼ਬਦ ਦੀ ਖਿਮਾ ਦਿਓ ਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਉਹ ਇੱਕ ਸ਼ਬਦ ਆਇਆ ਅਵਤਰ ਏਥੈ। ਅਵਤਰ ਏਥੈ, ਇਹਦਾ ਮਤਲਬ ਹੁੰਦਾ ਬਾਰ-ਬਾਰ ਜਪਣਾ, ਬਾਰ-ਬਾਰ ਕਹਿਣਾ ਕਿਸੇ ਬਾਤ ਨੂੰ। ਜਿਵੇਂ ਅਵਤਾਰ ਹੁੰਦਾ ਹੈ, ਜਨਮ ਲੈਣਾ ਬਾਰ-ਬਾਰ, ਇਹਦੇ 'ਚ ਵੀ ਦੋ ਰੂਪ ਆਉਂਦੇ ਆ। ਇੱਕ ਹੁੰਦੀ ਹੈ ਇਨਕਾਰਨੇਸ਼ਨ, ਜਿਹਦੇ ਵਿੱਚ ਆਉਂਦਾ ਵੀ ਮਨੁੱਖ ਤੋਂ ਮਨੁੱਖ ਬਣਨਾ ਦੁਬਾਰਾ ਜਨਮ ਵਿੱਚ। ਇੱਕ ਹੁੰਦੀ ਹੈ ਟਰਾਂਸਮਾਈਗ੍ਰੇਸ਼ਨ ਆਫ ਸੋਲ, ਜਿਹਦੇ ਵਿੱਚ ਹੋਰਾਂ ਜੂਨੀਆਂ ਤੋਂ ਕਿਸੇ ਹੋਰ ਵਿੱਚ ਆਉਣਾ, ਜਿਵੇਂ ਪੰਛੀਆਂ ਔਰ ਜਾਨਵਰਾਂ ਤੋਂ ਮਨੁੱਖ ਬਣਨਾ, ਉਹ ਹੈ ਟਰਾਂਸਮਾਈਗ੍ਰੇਸ਼ਨ ਆਫ ਸੋਲ। ਅਤੇ ਇਨਕਾਰਨੇਸ਼ਨ ਹੁੰਦੀ ਹੈ ਜਿਵੇਂ ਕਿਸੇ ਮਨੁੱਖ ਤੋਂ ਮੁੜ ਕੇ ਫੇਰ ਮਨੁੱਖ ਬਣ ਜਾਣਾ ਅਗਲੇ ਜਨਮ ਵਿੱਚ। ਇਹਨੂੰ ਅਵਤਰਨਾ ਕਹਿੰਦੇ ਆ। ਇਹ ਅਵਤਰਨੇ ਸ਼ਬਦ ਤੋਂ ਭਾਵ ਇਹੀ ਹੈ ਵੀ ਬਾਰ-ਬਾਰ ਜਿਵੇਂ ਜੂਨੀਆਂ 'ਚ ਬੰਦਾ ਆਉਂਦਾ ਹੈ, ਇਸ ਤਰ੍ਹਾਂ ਬਾਰ-ਬਾਰ ਪਰਮਾਤਮਾ ਦੇ ਨਾਂ ਦਾ ਜਾਪ ਕਰਨਾ। ਆਪਣਾ ਦਮੋਦਰ, ਮਾਧਵੇ, ਵਾਹਿਗੁਰੂ, ਰਾਮ, ਇਹਨਾਂ ਨੂੰ ਬਾਰ-ਬਾਰ ਜਾਪ ਕਰਨ ਵੱਲੋਂ ਇਹ ਜਿਹੜੀ ਰਸਨਾ ਹੈ ਇਹ ਖੁੰਝੀ ਹੋਈ ਹੈ। ਇਹਨੂੰ ਨਿੰਦਿਆ ਚੰਗੀ ਲੱਗਦੀ ਹੈ, ਪਦਾਰਥ ਚੰਗੇ ਲੱਗਦੇ ਹੈ, ਸੱਚ ਕੌੜਾ ਲੱਗਦਾ ਹੈ, ਅਤੇ ਰਾਮ ਦਾ ਨਾਂ ਲੈਣਾ ਬਾਰ-ਬਾਰ ਇਹਦੇ ਵਾਸਤੇ ਭੇਜਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਸੱਜਣੋ, ਆਪ ਜੀ ਸਾਰਿਆਂ ਨੂੰ ਮਿਲਾ ਕੇ ਸੰਗਤ ਬਣਦੀ ਹੈ। ਇਸ ਗਰੁੱਪ 'ਚ ਗੁਰਬਾਣੀ ਵਿਚਾਰ 'ਚ ਵੀ ਕਾਫੀ ਸੱਜਣ ਹੈ, ਅਤੇ ਕੁੱਲ ਮਿਲਾ ਕੇ ਸੰਗਤ ਵਿੱਚ ਕਿੰਨੇ ਵੀ ਹੋ ਸਕਦੇ, ਲੱਖਾਂ ਵੀ ਹੋ ਸਕਦੇ ਆ, 2 ਵੀ ਹੋ ਸਕਦੇ। 2 ਤੋਂ ਸੰਗਤ ਸ਼ੁਰੂ ਹੋ ਜਾਂਦੀ ਹੈ, ਜਿੰਨੇ ਮਰਜ਼ੀ ਵੀ ਹੋ ਸਕਦੇ। ਔਰ ਆਪ ਨੇ ਇੱਕ ਦਿਨ ਪਰਸੋਂ ਜੇ ਦੇਖਿਆ ਸੰਗਤ ਦਾ ਅਸਲੀ ਜਿਹੜਾ ਰੂਪ ਹੈ, ਜਿਹੜਾ ਗੁਰਬਾਣੀ 'ਚ ਜਿਹਦੀ ਕਿਉਂ ਮਾਨਤਾ ਕਰੀ ਗਈ ਹੈ। ਅਤੇ ਉਤਰਸ ਸ਼ਬਦ ਦੇ ਉੱਤੇ ਭਾਈ ਮਨਜੀਤ ਸਿੰਘ ਜੀ ਨੇ ਇੱਕ ਸਵਾਲ ਪੁੱਛਿਆ, ਭਾਈ ਜਸਪਾਲ ਵੀਰ ਸਿੰਘ ਜੀ ਡਾਕਟਰ ਸਾਹਿਬ ਨੇ ਉਹਦਾ ਉੱਤਰ ਦਿੱਤਾ ਕਈ ਕੁਛ। ਫਿਰ ਗਿਆਨੀ ਗੁਰਵਿੰਦਰ ਸਿੰਘ ਜੀ ਨੇ ਉਹਨੂੰ ਹੋਰ ਖੋਲ੍ਹ ਕੇ ਰੱਖ ਦਿੱਤਾ। ਉਸ ਤੋਂ ਬਾਅਦ ਸੋਨੇ ਪਰ ਸੁਹਾਗਾ ਲਗਾਤਾ ਭਾਈ ਰਵੀ ਜੀ ਨੇ, ਸਾਡੇ ਸੰਚਾਲਕ। ਉਹਨਾਂ ਨੇ ਗਿਣਤੀ ਵੀ ਦੱਸ ਦਿੱਤੀ ਵੀ 16 ਵਾਰੀ ਉਤਰਸ ਸ਼ਬਦ ਆਉਂਦਾ, 1 ਵਾਰੀ ਸੱਸੇ ਨੂੰ ਔਂਕੜ ਨਾਲ ਆਉਂਦਾ ਹੈ, 16 ਵਾਰੀ ਸੱਸੇ ਨੂੰ ਸਿਹਾਰੀ ਨਾਲ ਆਉਂਦਾ। ਤਾਂ ਹੁਣ ਉਤਰਸ ਦੀ ਬਿਲਕੁਲ ਰਿੜਕ ਹੋ ਗਿਆ ਉਤਰਸ। ਉਹਦੀ ਸਾਰਿਆਂ ਗਰੁੱਪ ਦੇ ਵਿੱਚ ਜਿਹੜਾ ਵੀ ਕੋਈ ਵਿਚਾਰ ਨੂੰ ਸੁਣੇਗਾ
ਸਮਝ ਆ ਜਾਏਗੀ ਵੀ ਇਹਦਾ ਮਤਲਬ ਕਿਆ ਹੈ, ਕਿਆ ਇਹਦਾ ਭਾਵ ਹੈ। ਬਿਲਕੁਲ ਇਸੇ ਤਰ੍ਹਾਂ ਸੰਗਤ ਦੇ ਵਿੱਚੋਂ ਹੀ ਪਤਾ ਚੱਲਦਾ ਹੈ ਵੀ ਜਪਣਾ ਕਿਵੇਂ ਹੈ, ਸਿਮਰਨ ਕਿਹਨੂੰ ਕਹਿੰਦੇ ਆ। ਇੱਕ ਤੋਂ ਇੱਕ ਚੜ੍ਹਾਉਂਦੀਆਂ ਕੋਈ ਨਾ ਜਾਣੇ ਮੇਰਾ ਨਾਮ ਜਿਓ। ਸਭ ਨੂੰ ਪਤਾ ਹੁੰਦਾ ਕਿਸੇ ਨਾ ਕਿਸੇ ਪੱਖ ਦਾ, ਕਿਸੇ ਕੋਲ ਇੱਕ ਪੱਖ ਹੁੰਦਾ ਹੈ, ਕਿਸੇ ਕੋਲ ਦੂਜਾ ਹੁੰਦਾ, ਕਿਸੇ ਕੋਲ ਤੀਜਾ, ਕੋਈ ਬਹੁ ਪੱਖੀ ਵੀ ਹੋ ਸਕਦਾ। ਸਾਰਿਆਂ ਦੀ ਵਿਚਾਰ ਜਿਹੜੀ ਸਮਿਲਿਤ ਹੋ ਕੇ ਬਣਦੀ ਹੈ, ਇਕੱਠੀ ਹੋ ਕੇ ਬਣਦੀ ਹੈ, ਉਹ ਰਿੜਕ ਕੇ ਜੋ ਕੁਝ ਮੱਖਣ ਨਿਕਲਦਾ ਬਸ ਉਹ ਮੱਖਣ ਦੀ ਵੈਲਿਊ ਹੁੰਦੀ ਹੈ। ਇਹੀ ਸਾਧ ਸੰਗਤ ਦੀ ਵਡਿਆਈ ਹੈ ਵੀ ਸੰਗਤ ਵਿੱਚ ਮੱਖਣ ਆ ਜਾਂਦਾ ਰਿੜਕ ਕੇ। ਹੁਣ ਜਿਹੜਾ ਨਾਮ ਦਾ ਜਪਣਾ ਹੈ, ਧਿਆਉਣਾ ਹੈ, ਆਰਾਧਨ ਕਰਨਾ ਹੈ, ਉਹਨਾਂ ਦਾ ਕਿਆ ਮਤਲਬ ਹੈ। ਇੱਕ ਵੀ ਹੈ, ਇਹਨਾਂ ਦਾ ਅਰਥ ਇੱਕ ਵੀ ਹੈ, ਹੋਰ ਵੀ ਹੈ। ਇਸ ਤਰ੍ਹਾਂ ਹੀ ਸਿਮਰਨ ਦੀ ਗੱਲ ਹੈ। ਸਿਮਰਨਾ ਇਹਨਾਂ ਅਰਥਾਂ 'ਚ ਵੀ ਆਇਆ ਹੋਇਆ, ਜਪਣੇ ਦੇ 'ਚ ਵੀ, ਲੇਕਿਨ ਉਹਦਾ ਕੋਈ ਆਪਣਾ ਮਹੱਤਵ ਵੀ ਹੈ ਹੋਰ। ਜਪਣਾ ਸਿਮਰਨ ਪੈਦਾ ਕਰਨ ਖਾਤਰ ਹੁੰਦਾ ਹੈ, ਸਾਡੀ ਭੇਂਟ ਹੋ ਜਾਏ। ਸਿਮਰਨ ਭੇਂਟ ਹੋਣ ਤੋਂ ਬਾਅਦ ਵੀ ਚੱਲਦਾ ਹੈ, ਇਹ ਗੱਲ ਵੀ ਸੰਗਤ 'ਚੋਂ ਮਿਲਦੀ ਹੈ। ਸੋ ਸੰਗਤ ਦੇ ਵਿੱਚ ਕਿਸੇ ਵੀ ਇਸ਼ੂ ਦੇ ਮਲਟੀਫੇਸਟ ਯਾਨੀ ਬਹੁ ਪੱਖੀ ਜਿਹੜੇ ਉਹਦੇ ਅਸਰ ਹੁੰਦੇ ਆ ਜਾਂ ਬਹੁ ਪੱਖੀ ਉਹਦੇ ਲੱਛਣ ਹੁੰਦੇ ਆ, ਉਹ ਸਾਹਮਣੇ ਆ ਜਾਂਦੇ ਰਿੜਕਣ ਨਾਲ। ਇਸੀ ਕਰਕੇ ਜਿਹੜੀ ਸੰਗਤ ਹੈ ਉਹਦੀ ਬੜੀ ਕਿੰਨਾ ਕੁਛ ਪੈਦਾ ਹੋਇਆ ਸੰਗਤ ਦੇ ਵਿੱਚ, ਕਿੰਨਾ ਕੁਛ ਮਿਲਿਆ ਸਾਨੂੰ, ਆਪਾਂ ਨੂੰ ਸਾਰਿਆਂ ਨੂੰ, ਉਹਦੀ ਕੋਈ ਕੀਮਤ ਹੀ ਨਹੀਂ ਹੈ। ਬੇਸ਼ਕੀਮਤੀ ਚੀਜ਼ਾਂ, ਕਿਸੇ ਇੱਕ ਕੋਲ ਇੱਕ ਹੋ, ਕਿਸੇ ਕੋਲ ਦੋ ਹੋਂ, ਕਿਸੇ ਕੋਲ ਚਾਰ ਹੋਂ, ਸੰਗਤ ਵਿੱਚ ਇਹ ਸਾਰੀ ਹੀ ਹੁੰਦੀਆਂ ਔਰ ਸੰਗਤ ਤੋਂ ਸਭ ਨੂੰ ਸਾਰੀਆਂ ਮਿਲ ਜਾਂਦੀਆਂ। ਜਿਹੜਾ ਵੀ ਚਾਹਵਾਨ ਹੁੰਦਾ, ਗੱਲ ਤਾਂ ਫਿਰ ਅੰਦਰ ਦੀ ਵੀ ਹੈ ਨਾ ਵੀ ਕਿਸੇ ਨੂੰ ਕਿੰਨੇ ਕੁ ਚਾਹਤ ਹੈ ਕਿਸੇ ਗੱਲ ਦੀ। ਕੋਈ ਬੰਦਾ ਐਸਾ ਵੀ ਹੋ ਸਕਦਾ ਵੀ ਸੰਗਤ ਵਿੱਚ ਵੀ ਅੱਖਾਂ ਮੀਚ ਕੇ ਬੈਠਾ ਰਹੇ, ਸੁਣੇ ਹੀ ਨਾ ਕੋਈ ਗੱਲ। ਸੋ ਜਿਹੜਾ ਜਪਣ ਦੀ ਗੱਲ ਹੈ, ਜਿਵੇਂ ਪਹਿਲਾਂ ਵੀ ਵਿਚਾਰਾਂ ਆਈਆਂ ਸੀ ਪਿਛਲੇ ਗਰੁੱਪਾਂ 'ਚ ਵੀ, ਬਹੁਤ ਸਤਿਕਾਰਯੋਗ ਸਾਡੇ ਪੁਰਸ਼ ਹੈ, ਕਈ ਇਸ ਗਰੁੱਪ 'ਚ ਵੀ ਹੈ, ਉਹ ਬੋਲਦੇ ਨਹੀਂ ਹੈ, ਪਰ ਅਦਰਵਾਈਜ਼ ਉਹ ਬਹੁਤ ਸਤਿਕਾਰਯੋਗ। ਉਹਨਾਂ 'ਚੋਂ ਹੀ ਕਿਸੇ ਨੇ ਬਾਤ ਰੱਖੀ ਸੀਗੀ ਵੀ ਗੁਣ ਗਾਵੇ ਮਹਾਨ ਦਿਓ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ। ਝੌਲਾ ਜ਼ਰੂਰ ਪੈਂਦਾ ਉੱਪਰੋਂ ਸੁਣ ਕੇ ਗੁਰਬਾਣੀ ਦੀ ਇਸ ਤੁਕ ਨੂੰ, ਵੀ ਸ਼ਿਵ ਜੀ ਵੀ ਧਿਆਨ ਲਾ ਕੇ ਉਹਦੇ ਗੁਣ ਗਾਉਂਦਾ, ਨਿਰੰਤਰ ਗਾ ਰਿਹਾ। ਦੇਖਣ ਨੂੰ ਲੱਗਦਾ ਹੈ ਵੀ ਸ਼ਿਵ ਜੀ ਦੀ ਮਹਿਮਾ ਗਾਈ ਹੋਈ ਹੈ, ਨਹੀਂ ਸਾਧ ਸੰਗਤ ਜੀ, ਉਹ ਇਹ ਸੰਗਤ ਵਿੱਚੋਂ ਹੀ ਪਤਾ ਲੱਗਿਆ ਆਪਾਂ ਨੂੰ ਬਈ ਇਸ ਤਰ੍ਹਾਂ ਦਾ ਭਾਵ ਨਹੀਂ ਹੈ ਉਹਦਾ। ਉਹ ਭਾਵ ਉਲਟਾ ਹੈ, ਸਗੋਂ ਨੈਗੇਟਿਵ ਹੈ ਬਈ ਸ਼ਿਵ ਜੀ ਨਿਰੰਤਰ ਧਿਆ ਰਿਹਾ ਉਹਨੂੰ ਸਦੀਆਂ ਤੋਂ। ਪ੍ਰਾਪਤੀ ਕੁਛ ਵੀ ਨਹੀਂ ਹੈ, ਜਿਵੇਂ ਸ਼ੇਸ਼ਨਾਗ ਦੀ ਨਹੀਂ ਹੈ। ਸ਼ੇਸ਼ਨਾਗ 1000 ਜੀਵਾਂ ਦੇ ਨਾਲ ਰੱਬ ਦਾ ਇੱਕ ਨਵਾਂ ਨਾਂ ਰੱਖ ਕੇ 1000 ਜੀਵ ਨਾਲ ਰੋਜ਼ ਉਹੀ ਕਹੀ ਜਾਂਦਾ ਹੈ। ਲੇਕਿਨ ਗੁਰਬਾਣੀ 'ਚ ਕਈ ਜਗ੍ਹਾ ਉਹ ਜ਼ਿਕਰ ਆਉਂਦਾ ਵੀ ਇੱਕ ਤਿਲ ਜਿੰਨਾ ਵੀ ਉਹਨੂੰ ਮਰਮ ਨਹੀਂ ਆਇਆ, ਪਰਮਾਤਮਾ ਦਾ ਭੇਦ ਨਹੀਂ ਆਇਆ। ਇਹ ਜਿਹੜਾ ਜਪ ਹੈ, ਟੈਕਨੀਕਲ ਜਪ ਜਾਂ ਮਕੈਨੀਕਲ ਜਪ ਕਹਿ ਲਓ ਇਹਨੂੰ, ਇਹ ਉਸ ਤਰ੍ਹਾਂ ਦਾ ਹੀ ਹੈ ਜਿਵੇਂ ਨਾਦੀ ਵੇਦੀ ਸ਼ਬਦੀ ਮੋਨੀ ਜਮ ਕੇ ਪਟੇ ਲਿਖਾਇਆ। ਇੱਕ ਸ਼ਬਦ ਬੋਲਣੇ ਵਾਲੇ ਵੀ ਜਮਦੇ ਪਟੇ ਦੇ ਅੰਦਰ, ਕਿਉਂਕਿ ਸ਼ਬਦ ਜਿਹੜਾ ਕਹਿਣਾ ਹੈ ਬਾਰ ਬਾਰ ਜਾਪ ਕਰਨਾ ਆਪਾਂ ਨੇ ਇੱਕ ਸ਼ਬਦ ਦਾ, ਵਾਹਿਗੁਰੂ ਦਾ, ਉਹ ਇਸ ਤਰ੍ਹਾਂ ਨਹੀਂ ਹੈ ਵੀ ਜਿਵੇਂ ਟੈਕਨੀਕਲੀ ਸ਼ੇਸ਼ਨਾਗ ਕਰਦਾ ਜਾਂ ਸ਼ਿਵ ਜੀ ਕਰਦਾ ਜਾਂ ਬਾਕੀ ਦੇਵਤੇ ਕਰਦੇ। ਨੋ ਨੋ, ਇਹਦੇ ਪਿੱਛੇ ਕੁਛ ਬਾਤ ਹੈ ਸਮਝਣ ਵਾਲੀ, ਜਿਹੜੀ ਸੰਗਤ 'ਚੋਂ ਪਤਾ ਲੱਗਦੀ। ਉਹ ਇਹ ਹੈ ਵੀ ਸਾਨੂੰ ਆਪਣਾ ਜਿਹੜਾ ਮਨ ਹੈ ਇਹ ਮੈਲਾ ਹੈ, ਇਹ ਮੰਨ ਕੇ ਚੱਲਣਾ ਪਊਗਾ।
ਇਹ ਮਨ ਦੀ ਮੈਲ, ਇਹਨੂੰ ਜ਼ਿਆਦਾਤਰ ਮੈਲਾਂ ਤਾਂ ਇਹਨੂੰ ਬਹੁਤ ਹੈ, ਪਰ ਸਭ ਤੋਂ ਵੱਡੀ ਮੈਲ ਜਿਹੜੀ ਰੋਗ ਬੜਾ ਲੱਗਿਆ ਉਹ ਹਉਮੈ ਦਾ ਹੈ। ਇਹ ਹਉਮੈ ਦੇ ਉੱਪਰ ਟਕੋਰ ਵੱਜਣੀ ਚਾਹੀਦੀ ਹੈ ਜਪ ਨਾਲ। ਫੇਰ ਸਾਨੂੰ ਸਿਮਰਨ ਵੱਲ ਨੂੰ ਸਾਡੀ ਅਵਸਥਾ ਵਧੂਗੀ। ਅਗਰ ਚੋਟ ਨਹੀਂ ਵੱਜ ਰਹੀ ਹੈ, ਸਗੋਂ ਅਸੀਂ ਹਉਮੈ ਨੂੰ ਹੋਰ ਵਧਾ ਰਹੇ ਹਾਂ ਵੀ ਮੈਂ ਹੁਣ ਜਪ ਕਰਦਾ, ਮੈਂ ਇੰਨੇ ਘੰਟੇ ਕਰਦਾ। ਆਪ ਜੀ ਨੂੰ ਗਿਆਤ ਹੈ ਇਹ ਸਾਰੀ ਗੱਲ। ਫਿਰ ਇਹਨੇ ਸਗੋਂ ਉਲਟਾ ਹੋ ਜਾਣਾ, ਹੋਰ ਹਉਮੈ ਪੈਦਾ ਹੋ ਜਾਣਾ। ਇੱਕ ਤਿਲ ਜਿੰਨਾ ਵੀ ਮਰਮ ਨਹੀਂ ਆਉਣਾ ਪਰਮਾਤਮਾ ਦਾ। ਜਦ 1000 ਜੀਵ ਵਾਲੇ ਨੂੰ ਨਹੀਂ ਆ ਰਿਹਾ, ਜੁੱਗਾਂ ਤੋਂ ਕਰ ਰਿਹਾ, ਅਸੀਂ ਇੱਕ ਜੀਵ ਵਾਲੇ 20-50 ਸਾਲ 'ਚ ਕਿਵੇਂ ਫਿਰ ਕਰਾਂਗੇ ਭਾਈ। ਸੋ ਜਿਹੜਾ ਜਪ ਕਰਨਾ ਹੈ ਉਹ ਬਹੁਤ ਉੱਤਮ ਬਾਤ ਹੈ। ਗੁਰਬਾਣੀ 'ਚ ਬਾਰ-ਬਾਰ ਆਉਂਦਾ ਵੀ ਕਰੋ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ। ਹੋਰ ਸਭ ਕੁਛ ਨਿਰਫਲ ਹੈ, ਨੇਫਲ ਹੈ, ਨਿਰਾਫਲ ਹੈ, ਬਸ ਜਪੋ ਪਰਮਾਤਮਾ ਦਾ ਨਾਮ, ਇਹੀ ਸਫਲ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਰਨਾ ਵੀ ਉਹੀ ਕੁਛ ਹੈ, ਉਹਨੂੰ ਸਮਝਣਾ ਵੀ ਹੈ ਵੀ ਉਹ ਕਿਵੇਂ ਕਰਨਾ। ਜੇ ਉਹ ਨਹੀਂ ਸਮਝਾਂਗੇ ਫਿਰ ਜਿਵੇਂ ਇੱਕ ਸ਼ਬਦੀ ਹੈ, ਇੱਕ ਸ਼ਬਦ ਨੂੰ ਲੈ ਕੇ ਦੇਖਿਆ ਦਾਸਰੇ ਨੇ ਵੀ ਕਿਸੇ ਟਾਈਮ ਸਾਡੇ ਪਿੰਡ ਵੀ ਕਾਏ ਕਰਦੇ ਸੀ ਲਾ ਕਿਸੇ ਡੇਰੇ ਤੋਂ। ਉਹ ਇੱਕ ਟੰਗ ਦੇ ਭਾਰ ਆ ਕੇ ਘਰ ਦੇ ਮੂਹਰੇ ਖੜ ਜਾਂਦਾ ਸੀ ਤੇ ਇੱਕੋ ਹੀ ਸ਼ਬਦ ਬੋਲੀ ਜਾ ਕਰਦਾ ਸੀਗਾ, ਨਾਰਾਇਣ 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 ਨਾਰਾਇਣ। ਇਸ ਤਰ੍ਹਾਂ ਉਹ ਜਿਹੜਾ ਇਸ ਤਰ੍ਹਾਂ ਕਰਨਾ ਉਹ ਟੈਕਨੀਕਲ ਜਪ ਹੈ। ਵਿਅਰਥ ਤਾਂ ਉਹ ਵੀ ਨਹੀਂ ਜਾਂਦਾ। ਰੱਬ ਦਾ ਨਾਮ ਲਿਆ ਹੋਇਆ ਜੇ ਅਣਭੋਲਪਣੇ 'ਚ ਵੀ ਲੈ ਲਵੇ ਤਾਂ ਵੀ ਸਫਲ ਹੋ ਜਾਂਦਾ ਹੈ। ਪਰ ਜੋ ਸਾਨੂੰ ਗੁਰਬਾਣੀ ਦਾ ਸੰਦੇਸ਼ਾ ਇਹ ਹੈ ਵੀ ਉਹ ਤਾਂ ਐਕਸੈਪਸ਼ਨਲ ਗੱਲ ਹੈ ਜੇ ਕਿਸੇ 'ਤੇ ਕਿਰਪਾ ਹੋ ਜਾਏ। ਹਾਂਜੀ, ਡਿਸਟਰਬੈਂਸ ਹੋ ਗਈ ਸੀ ਫੋਨ ਕਰਕੇ। ਉਹ ਜਿਹੜਾ ਇੱਕ ਸ਼ਬਦ ਦਾ ਜਾਪ ਹੈ, ਟੈਕਨੀਕਲ ਜਾਪ, ਬਿਨਾਂ ਭਿੱਜੇ ਤੋਂ, ਨਾ ਮਨ ਵਿੱਚ ਇਹ ਖਿਆਲ ਹੈ ਵੀ ਮੈਂ ਹਉਮੈ 'ਚ ਹੈ, ਨਾ ਉਹ ਹਉਮੈ ਨੂੰ ਘਟਾਉਣ ਦੀ ਗੱਲ ਹੈ, ਬਸ ਕਰ ਰਹੇ ਹਾਂ। ਜਿਵੇਂ ਬਹੁਤ ਸਾਰਾ ਸਿੱਖ ਜਗਤ, ਸਾਰੇ ਨਹੀਂ ਖਾਸੇ ਜ਼ਿਆਦਾ, ਰੋਜ਼ ਨਿਤਨੇਮ ਕਰਦੇ ਹੈ, 5 ਬਾਣੀਆਂ ਜ਼ਰੂਰ ਪੜ੍ਹਦੇ ਹੈ। ਉਹ ਬਾਣੀਆਂ ਕਿਵੇਂ ਪੜ੍ਹਦੇ ਆ ਉਹ ਗੱਲ ਮਹੱਤਵਪੂਰਨ ਹੈ। ਜੇ ਧਿਆਨ ਉੱਧਰ ਪੈਂਟ ਦੇ ਬਟਨ ਲਗਾਏ ਜਾ ਰਹੇ, ਉੱਧਰ ਕੁਛ ਕਰਿਆ ਜਾ ਰਿਹਾ, ਧਿਆਨ ਉੱਧਰ ਹੈ, ਫਿਰ ਉਹ ਬਹੁਤਾ ਸਫਲ ਨਹੀਂ ਹੈ। ਧਿਆਨ ਵਿੱਚ ਰੱਖ ਕੇ ਹੋਵੇ ਤਾਂ ਬਹੁਤ ਵਧੀਆ ਗੱਲ ਹੁੰਦੀ ਹੈ। ਹਾਲਾਂਕਿ ਤੁਰਦਿਆਂ ਫਿਰਦਿਆਂ ਆਪਾਂ ਨਾਮ ਜਪਣਾ ਹੈ। ਨਾਮ ਦੇ ਜਪਣ 'ਚ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ। ਗੁਰਬਾਣੀ ਜਦ ਪੜ੍ਹਦੇ ਆ ਉਹਨੂੰ ਸੁਣਨਾ ਪੈਂਦਾ ਨਾਲ ਦੀ ਨਾਲ, ਉਹਦਾ ਅਰਥ ਭਾਵ ਅੰਦਰ ਜਾਣਾ ਚਾਹੀਦਾ। ਸੋ ਨੇਫਲ ਤਾਂ ਨਹੀਂ ਜਾਂਦਾ ਨਾਮ ਜਪਿਆ ਹੋਇਆ। ਜੇ ਟੈਕਨੀਕਲੀ ਵੀ ਕਰਦਾ ਬੰਦਾ ਤਾਂ ਵੀ ਕੁਛ ਨਾ ਕੁਛ ਮਹਾਤਮ ਤਾਂ ਉਹਦਾ ਮਿਲੇਗਾ, ਪਰ ਬਹੁਤਾ ਨਹੀਂ ਮਿਲਣ ਲੱਗਿਆ। ਆਪਾਂ ਚੱਲੇ ਹੋਏ ਇਸ ਕਰਕੇ ਆ ਵੀ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ। ਉਹ ਤਦੇ ਹੀ ਹੋਊਗੀ ਜੇ ਅਸੀਂ ਪ੍ਰੇਮ ਨਾਲ ਭਿੱਜ ਕੇ ਉਹ ਬਾਤ ਨੂੰ ਕਰੀਏ। ਨਹੀਂ ਤਾਂ ਫਿਰ ਗੁਰਬਾਣੀ ਤਾਂ ਐਂ ਫਰਮਾਉਂਦੀ ਹੈ ਵੀ ਨਾਹਿਨ ਗੁਣ ਨਾਹਿਨ ਕਛ ਵਿਦਿਆ, ਕਰਮ ਕੌਣ ਗਜ ਕੀਨਾ, ਨਾਨਕ ਬਿਰਦ ਰਾਮ ਕਾ ਦੇਖੋ ਅਵੈ ਦਾਨ ਤੇ ਦੀਨਾ। ਜੀ ਕੋਲ ਕੋਈ ਵੀ ਗੁਣ ਨਹੀਂ ਹੁੰਦਾ ਉਹ ਉਹਨੂੰ ਵੀ ਬਖਸ਼ ਦਿੰਦਾ, ਪਰ ਉਹ ਉਹਦਾ ਡੋਮੇਨ ਹੈ। ਸਾਡੇ ਵਾਸਤੇ ਹੁਕਮ ਹੈ ਵੀ ਤੁਸੀਂ ਕਰਨਾ ਹੈ, ਪ੍ਰਾਪਤੀ ਕਰਨੀ ਹੈ, ਜਪਣਾ ਹੈ, ਪ੍ਰੇਮ ਸਹਿਤ ਜਪਣਾ ਹੈ, ਸਮਝ ਕੇ ਜਪਣਾ ਹੈ। ਤੋ ਇਹ ਸੰਗਤ ਚੋਂ ਮਿਲਣੀ ਬਾਤ ਸਾਰੀ। ਇसी करके संगत का गुण बहुत अधिकाई, पढ़ सूआ गन को धारे। साध संगत जियो, आप जी की महानता बस कुछ कहा नहीं जा सकता। शब्द बाहर है, शब्दों तो बाहर हो जाता बंदा। तो करिए समाप्त, पेशेंट भी शुरू हो गए आने। वाहिगुरू जी का खालसा, वाहिगुरू जी की फतेह। दो तुकां विच आईयां उन्हां दा शुद्ध उचारण साध संगत जी है। ਇੱਕ ਦੂੰ ਇੱਕ ਚੜ੍ਹਾਉਂਦੀਆਂ ਕੌਣ ਜਾਣੇ ਮੇਰਾ ਨਾਮ ਜੀ। ਨਿਕਲ ਜਾਂਦਾ ਬੰਦਾ, ਭੁੱਲਣਹਾਰ ਹੈ, ਨਹੀਂ ਖਿਆਲ ਰਹਿੰਦਾ। ਕਿੰਨੀ ਵਾਰ ਆ ਲਿਆ ਸੰਗਤ ਵਿੱਚ ਇਹ ਬਾਤ, ਫਿਰ ਵੀ ਨਿਕਲ ਜਾਂਦੀ ਹੈ ਕੋਈ ਨਾ ਕੋਈ। ਇੱਕ ਸ਼ਬਦ ਆਇਆ, ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗਜ ਕੀਨਾ। ਇਹ ਹੈ ਅਸਲੀ ਉਚਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ।
ਸਵਾਲ ਤੁਹਾਡਾ ਬੜਾ ਸਵਾਦਲਾ ਇੰਟਰਸਟਿੰਗ ਹੈ। ਹੋਰ ਨੇ ਵੀ ਪੁੱਛਿਆ ਪਹਿਲਾਂ ਵੀ, ਦਾਸ ਨੂੰ ਕਦੇ ਨਾ ਕਦੇ। ਜੋ ਸਮਝ ਹੈ ਆਪਣੀ, ਉਹਦੇ ਮੁਤਾਬਕ ਆਪ ਜੀ ਨਾਲ ਮੈਂ ਵਿਚਾਰ ਕਰਨ ਲੱਗਾ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਸਾਰੀ ਉਮਰ ਜਿਹੜੀ ਵਾਸਨਾ 'ਚ ਲੱਗਿਆ ਰਹਿੰਦਾ ਜੀਵ, ਕਿਸੇ ਵੀ, ਚਾਹੇ ਕੋਈ ਇਸਤਰੀਆਂ ਮਗਰ, ਕੋਈ ਬੱਚਿਆਂ ਮਗਰ, ਕੋਈ ਮਕਾਨਾਂ ਮਗਰ, ਕੋਈ ਪੈਸੇ ਮਗਰ, ਅੰਤ ਸਾਈ ਪ੍ਰਗਟਾਨੀ। ਅੰਤ ਦੇ ਟਾਈਮ ਵੀ ਉਹੀ ਪ੍ਰਗਟ ਹੁੰਦੀ ਹੈ। ਇਹ ਲਗਭਗ ਜਨਰਲ ਅਸੂਲ ਹੈ ਗੁਰਮਤਿ ਦਾ। ਵੈਸੇ ਵੀ ਹਰ ਇੱਕ ਬੰਦੇ ਦੇ ਪ੍ਰਤੀ, ਕਿਉਂਕਿ ਜਿਹਾ ਜਿਹਾ ਕੋਈ ਜ਼ਿੰਦਗੀ ਭਰ ਕਰੂਗਾ ਉਹੋ ਜਿਹੇ ਸੰਸਕਾਰ ਬਣੇ ਵੇ ਉਹਨੇ, ਅੰਤ ਦੇ ਸਮੇਂ ਵੀ ਉਹੀ ਕੁਛ ਯਾਦ ਆਉਂਦਾ। ਉਹ ਜਿਹੜੀਆਂ ਐਕਸੈਪਸ਼ਨਲ ਗੱਲਾਂ ਹੈ, ਗੁਰਮਤਿ ਮਾਨਤਾ ਦਿੰਦੀ ਹੈ ਉਹਨਾਂ ਨੂੰ, ਬਈ ਸਾਰੀ ਉਮਰ ਅਜਾਮਲ ਗਲਤ ਕੰਮ ਕਰਦਾ ਰਿਹਾ, ਮਰਨੇ ਦੇ ਟਾਈਮ ਨਰੈਣ ਬੱਚੇ ਦਾ ਨਾਂ ਰੱਖਿਆ ਵਾ, ਅਸੀਂ ਨਰੈਣ ਨੂੰ ਆਵਾਜ਼ ਮਾਰੀ, ਜਮਦੂਤ ਆ ਕੇ ਭੱਜ ਕੇ ਛੱਡ ਗਏ ਉਹਨੂੰ। ਇਹ ਐਕਸੈਪਸ਼ਨਲ ਗੱਲਾਂ ਹੈ। ਔਰ ਗੁਰਬਾਣੀ ਸਾਰੀ ਉਹ ਐਕਸੈਪਸ਼ਨਲ ਹੈ। ਸਾਇੰਸ ਜਨਰਲ ਦਸਤੂਰ ਦੇ ਨਾਲ ਚੱਲਦੀ ਹੈ, ਗੁਰਬਾਣੀ ਦੇ ਵਿੱਚ ਮੋਸਟਲੀ ਐਕਸੈਪਸ਼ਨਲ ਗੱਲਾਂ। ਹਾਲਾਂਕਿ ਚੱਲਣਾ ਸਾਨੂੰ ਰਵਾਇਤ ਅਨੁਸਾਰ ਪੈਂਦਾ ਹੈ, ਦਸਤੂਰਾਂ ਦੇ ਮੁਤਾਬਕ। ਜਿਵੇਂ ਗੁਰੂ ਸਾਹਿਬ ਨੇ 239 ਸਾਲ ਉਹ ਚੱਲੇ ਹੈ, ਜ਼ਿੰਦਗੀ ਜਿਉਣੀ ਹੈ, ਉਹ ਜਨਰਲ ਰੂਲ ਦੇ ਮੁਤਾਬਕ। ਐਕਸੈਪਸ਼ਨ ਤਾਂ ਕਦੇ ਕਦਾਈ ਵਾਪਰਦੀ ਹੈ, ਪਰ ਉਹਨੂੰ ਗੁਰਬਾਣੀ ਨੇ ਮਾਨਤਾ ਦਿੱਤੀ ਹੋਈ ਹੈ, ਹੋਰ ਸਾਇੰਸ ਦਿੰਦੀ ਨਹੀਂ ਹੈ। ਕਿਉਂਕਿ ਪਰਮਾਤਮਾ ਬੇਅੰਤ ਹੈ। ਜਦ ਅਸੀਂ ਉਹ ਚੀਜ਼ ਨੂੰ ਮੰਨ ਕੇ ਚੱਲਦੇ ਹਾਂ, ਫਿਰ ਐਕਸੈਪਸ਼ਨ ਨੂੰ ਅਸੀਂ ਇਨਕਾਰ ਕਰ ਹੀ ਨਹੀਂ ਸਕਦੇ। ਉਹ ਕੁਛ ਵੀ ਕਰ ਸਕਦਾ ਹੈ। ਤੇ ਜੇ ਚਾਹੁੰਦੇ ਗੁਰੂ ਸਾਹਿਬ ਤਾਂ ਉਹ ਬੈਠੇ ਵੀ ਕੁਛ ਨਾ ਕੁਛ ਕਰ ਸਕਦੇ ਸੀਗੇ ਔਰੰਗਜ਼ੇਬ ਖਾਤਰ, ਲੇਕਿਨ ਨਹੀਂ ਕਰਿਆ। ਜਨਰਲ ਦਸਤੂਰ ਦੇ ਮੁਤਾਬਕ ਉਹਦੇ ਨਾਲ ਜੰਗਾਂ ਵੀ ਹੋਈਆਂ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਵੀ ਹੋਈਆਂ, ਪਹਿਲਾਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਵੀ ਹੋਈ। ਇਹ ਜਨਰਲ ਦਸਤੂਰ ਹੈ, ਜਿੱਕਣ ਮਾਇਆ ਦਾ ਚੱਲਦਾ, ਜਿੱਕਣ ਉਹਦਾ ਹੁਕਮ ਹੈ। ਮਾਇਆ ਵੀ ਤਾਂ ਉਹਦੇ ਹੁਕਮ ਵਿੱਚ ਹੈ, ਪਰ ਐਕਸੈਪਸ਼ਨਲ ਗੱਲਾਂ ਵੀ ਹਰ ਵਕਤ ਕਦੇ ਨਾ ਕਦੇ ਹੁੰਦੀਆਂ ਰਹਿੰਦੀਆਂ, ਉਹ ਉਹਦੀ ਰਜ਼ਾ ਹੈ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋ। ਬਾਬਾ ਨਾਮਦੇਵ ਜੀ ਨੇ ਵੀ ਇਹੀ ਕਿਹਾ ਸੀ ਵੀ ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵੇ ਕੋਈ। ਕੋਈ ਅੱਜ ਤਾਈਂ ਮਰਿਆ ਵਾ ਜਿਉਂਦਾ ਨਹੀਂ ਹੋਇਆ, ਕਿਉਂ ਕਰਦਾ ਕਹਿਰ। ਲੇਕਿਨ ਉਹਨੇ ਹੁਕਮ ਸੀ, ਕਹਿਤਾ ਵੀ ਗਾਏ ਮਰੀ ਹੋਈ ਜਿਉਂਦੀ ਕਰ, ਬਿਸਮਿਲ ਗਊ ਦੇਹੋ ਜਿਵਾਏ, ਨਾਤਰ ਗਰਦਨ ਮਾਰੋਂ ਠਾਏ। ਔਰ ਪਰਮਾਤਮਾ ਨੂੰ ਆਉਣਾ ਪਿਆ, ਗਾਏਂ ਜਿਉਂਦੀ ਹੋਈ, ਫਿਰ ਦੁੱਧੋਂ ਦੂਹ ਜਾਂ ਮਟਕੀ ਭਰੀ ਲੈ, ਬਾਦਸ਼ਾਹ ਕੇ ਆਗੇ ਧਰੀ। ਤੁਸੀਂ ਜਾਣਦੇ ਆ ਸਾਰੀ ਸਾਖੀ ਨੂੰ। ਉਹ ਐਕਸੈਪਸ਼ਨਲ ਗੱਲਾਂ ਹੈ, ਪਰ ਉਹ ਹੁੰਦੀਆਂ ਨੇ। ਜਿਹੜਾ ਗਜ ਹਾਥੀ ਨੇ ਕਦੇ ਕੋਈ ਧਰਮ ਦਾ ਕੰਮ ਵੀ ਨਹੀਂ ਸੀ ਕਰਿਆ, ਉਹਦਾ ਵੀ ਕਲਿਆਣ ਹੋਇਆ। ਬਾਣੀ ਮੰਨਦੀ ਹੈ ਇਸ ਗੱਲ ਨੂੰ। ਇਹ ਚੱਲਦਾ ਰਹਿੰਦਾ ਹੈ। ਮਰਨੇ ਦੇ ਸਮੇਂ ਜਿਹੜੀ ਚੀਜ਼ ਯਾਦ ਆ ਗਈ, ਨੋਰਮਲੀ ਤਾਂ ਉਹੀ ਆਏਗੀ ਜਿਹੜੀ ਸਾਰੀ ਜ਼ਿੰਦਗੀ 'ਚ ਕਰੀ, ਉਹਦੇ ਮੁਤਾਬਕ ਜਾਮਾ ਬਦਲੇਗਾ। ਪਰ ਜਿਹਨੂੰ ਉਹਨੇ ਬਾਹਰ ਕੱਢਣਾ ਇਸ ਮਾਇਆ ਦੇ 84 ਦੇ ਗੇੜ 'ਚੋਂ, ਉਹਨੂੰ ਨਰਾਇਣ ਦੀ ਯਾਦ ਵੀ ਆ ਸਕਦੀ ਹੈ। ਔਰ ਆਈ ਹੈ, ਜਾਮਲ ਨੂੰ ਆਈ ਹੋਏ, ਹੋਰ ਵੀ ਕਿਸੇ ਨੂੰ ਐਕਸੈਪਸ਼ਨਲੀ ਆ ਸਕਦੀ ਹੈ। ਕਿਆ ਬੜੀ ਗੱਲ ਹੈ। ਤੋ ਜਦੋਂ ਨਰਾਇਣ ਵਸ ਗਿਆ ਹਿਰਦੇ 'ਚ, ਤਾਂ ਫਿਰ ਮੁਕਤੀ ਹੋਣੀ ਲਾਜ਼ਮੀ, ਬਿਲਕੁਲ। ਨਰਾਇਣ ਨੂੰ ਵਸਾਉਣ ਖਾਤਰ ਤਾਂ ਅਸੀਂ ਜਪ ਕਰਦੇ ਹਾਂ, ਆਪਾਂ ਸਭ ਲੋਕ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਸੰਗਤਾਂ ਕਰਦੇ ਹਾਂ। ਜੇ ਵਸ ਗਿਆ ਨਰਾਇਣ, ਫਿਰ ਤਾਂ ਬਾਤ ਇਹ ਨਿਰਾਲੀ ਹੈ। ਜੇ ਪਹਿਲਾਂ ਹੀ ਜ਼ਿੰਦਗੀ 'ਚ ਵਸ ਗਿਆ ਹੋਵੇ, ਅੰਦਰ ਆ ਗਿਆ ਹੋਵੇ, ਫਿਰ ਤਾਂ ਅੰਤ ਦੇ ਸਮੇਂ ਵੀ ਉਹੀ ਆਊਗਾ, ਮੁਕਤੀ ਹੋਣੀ ਓ ਹੋਣੀ ਹੈ। ਮੁਕਤੀ ਤੋਂ ਮੁਰਾਦ ਉਹ ਮੁਕਤੀਆਂ ਨਹੀਂ ਜਿਹੜੀਆਂ ਕਈ ਕਿਸਮ ਦੀਆਂ ਹਿੰਦੂ ਧਰਮ ਵਿੱਚ ਆਉਂਦੀਆਂ, ਨਾ ਨਾ। ਕਈ ਮੁਕਤ ਨਹੀਂ ਲਵੈ ਲਾਗੇ, ਨਹੀਂ, ਕਈ ਬੈਕੁੰਠ ਨਹੀਂ ਲਵੈ ਲਾਗੇ, ਮੁਕਤ ਬੱਪੜੀ ਵੀ ਗਿਆਨੀ ਤਿਆਗੇ। ਸਾਡੇ ਵਾਸਤੇ ਬੈਕੁੰਠ ਮੁਕਤੀਆਂ ਇਹ ਕੁਛ ਵੀ ਨਹੀਂ ਹੈ, ਗੁਰੂ ਦੇ ਚਰਨ ਹੈ ਖਾਲੀ। ਇੱਕ ਹਵਾਲੇ ਆਉਂਦੇ ਆ, ਜਿੱਕ ਧਾਰਮਿਕ ਫਲਸਫਾ ਚੱਲਦਾ ਹੈ, ਉਹਦੇ ਮੁਤਾਬਕ ਸਾਡੀ ਜਿਹੜੀ ਮੁਕਤੀ ਹੈ ਪਰਮਾਤਮਾ ਦੇ ਨਾਲ, ਗੁਰੂ ਦੇ ਚਰਨਾਂ ਨਾਲ ਹੋ ਜਾਣੀ, ਜਿਉਂਦੇ ਜੀ, ਓਪਨ ਰਿਲੀਜਨ ਦੇ ਤੌਰ 'ਤੇ, ਉਸੇ ਦੀ ਮਾਨਤਾ ਹੈ ਸਿੱਖ ਮੱਤ ਵਿੱਚ। ਤੋ ਜਦੋਂ
ਗੁਰੂ ਅੰਦਰ ਵਸ ਗਿਆ, ਮੈਂ ਟੁੱਟ ਗਈ ਤੇ ਸਾਰੀ ਜੂਨਾ ਖਤਮ ਅੱਗੇ ਵਾਸਤੇ। ਨਾ ਹੀ ਟਰਾਂਸਮਾਈਗ੍ਰੇਸ਼ਨ ਤੇ ਨਾ ਹੀ ਇਨਕਾਰਨੇਸ਼ਨ, ਕੁਛ ਨਹੀਂ ਹੋਣਾ, ਫਿਰ ਸਮਾਪਤੀ ਹੈ। ਕਿਉਂਕਿ ਗੁਰੂ ਦਾ ਮਿਲਾਪ ਜ਼ਿੰਦਗੀ ਦੇ ਵਿੱਚ ਹੋ ਜਾਣਾ, ਜਿਹਨੂੰ ਗੁਰੂ ਭੇਂਟ ਕਹਿੰਦੇ ਆ, ਉਸ ਤੋਂ ਬਾਅਦ ਪਰਮ ਪਦ ਦੀ ਪ੍ਰਾਪਤੀ। ਇਹ ਅਲੱਗ-ਅਲੱਗ ਸਟੇਜਾਂ ਜੋ ਦਾਸਰੇ ਨੂੰ ਸਮਝ ਆਈ ਹੋਈ ਹੈ। ਜਿਹਨੂੰ ਗੁਰੂ ਭੇਂਟ ਵੀ ਹੋ ਗਈ ਉਹ ਵੀ ਪਾਰ। ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਉਹਨਾਂ ਦਾ ਖਤਮ ਹੋ ਲੈਂਦਾ ਸਾਰਾ ਕੁਝ। ਧਰਮਰਾਜ ਦੀ ਪੱਤਰੀ ਉਹ ਖਤਮ ਹੋ ਲੈਂਦੀ ਹੈ, ਫਟ ਜਾਂਦੀ ਹੈ। ਜਿਹਨੂੰ ਪਰਮ ਪਦ ਮਿਲ ਜਾਏ ਉਹਦੇ ਤਾਂ ਫਿਰ ਕਹਿਣਾ ਹੀ ਕਿਆ ਹੈ। ਜਿਹਨੂੰ ਅਜੇ ਨਹੀਂ ਚੌਥਾ ਪਦ ਬਣਿਆ, ਗੁਰੂ ਦੇ ਨਾਲ ਜੁੜ ਗਿਆ, ਸੰਗਤ ਵੀ ਕਰਦਾ ਹੈ, ਅਜੇ ਅੰਦਰ ਤੋਂ ਨਹੀਂ ਤਬਦੀਲੀ ਆਈ, ਪਰ ਸਾਰੀ ਉਮਰ ਲੰਘ ਗਈ ਇਸ ਤਰ੍ਹਾਂ ਕਰਦੇ ਦੀ, ਨਾਮ ਜਪਦੇ ਦੀ, ਜਪਾਉਂਦੇ ਦੀ, ਬਾਣੀ ਪੜ੍ਹਦੇ ਦੀ, ਉਹਨਾਂ ਦੇ ਬਾਰੇ 'ਚ ਇਹ ਹੈ ਵੀ ਉਹਨਾਂ ਨੂੰ ਮਨੁੱਖੀ ਜਾਮਾ ਮੁੜ ਕੇ ਮਿਲ ਸਕਦਾ ਹੈ। ਇਹੀ ਫਾਇਦਾ ਹੈ ਜਿਹੜਾ ਆਪਾਂ ਕਹਿੰਦੇ ਵੀ ਜੇ ਬਾਣੀ ਪੜ੍ਹਦਿਆਂ ਵੀ ਕੁਛ ਨਹੀਂ ਪ੍ਰਾਪਤ ਹੋਇਆ ਤਾਂ ਵੀ ਬਹੁਤ ਕੁਛ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਚੌਥਾ ਪਦ ਹੈ ਅਗਰ ਨਹੀਂ ਵੀ ਬਣਦਾ ਬੰਦੇ ਦਾ, ਲੇਕਿਨ ਪ੍ਰਾਪਤੀ ਇਹ ਹੋ ਜਾਂਦੀ ਹੈ ਸਤੋਗੁਣੀ, ਵੀ ਸਾਨੂੰ ਮੁੜ ਕੇ ਰੀਇਨਕਾਰਨੇਸ਼ਨ ਮਨੁੱਖ ਦੇ ਜਾਮੇ 'ਚ ਅਸੀਂ ਆ ਸਕਦੇ ਹਾਂ। ਇਹ ਸਮਝ ਆਈਏ। ਬਾਕੀ ਤੁਹਾਡਾ ਪ੍ਰਸ਼ਨ ਤਾਂ ਮੇਰੇ ਖਿਆਲ ਹੈ ਜਵਾਬ ਮਿਲ ਚੁੱਕਿਆ ਹੋਣਾ ਇਹਨਾਂ ਹੀ ਗੱਲਾਂ 'ਚ। ਹੋਰ ਕੋਈ ਹੋਇਆ ਤਾਂ ਫਿਰ ਵਿਚਾਰ ਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀਓ, ਕੁਛ ਇੱਕ ਵਚਨ ਔਰ ਬਹੁ ਵਚਨ ਗੁਰਬਾਣੀ 'ਚ ਕਿਵੇਂ ਆਏ ਆ। ਜਿਵੇਂ ਜਗ੍ਹਾ ਨੂੰ ਥਾਂ ਕਹਿੰਦੇ ਨਾ, ਥਾਂ ਉਹ ਇੱਕ ਵਚਨ ਹੁੰਦੀ ਹੈ। ਥਾਂ ਵਾਵੇ ਨਾਲ ਆਉਂਦਾ, ਉਹ ਬਹੁ ਵਚਨ ਹੁੰਦੀ ਹੈ। ਉਹ ਪਾਓ ਊੜੇ ਨੂੰ ਔਂਕੜ ਨਾਲ, ਇੱਕ ਪਾਓ ਦੀ ਗੱਲ ਹੈ। ਪਾਵ ਵਾਵੇ ਨਾਲ ਬਹੁ ਵਚਨ ਬਣ ਜਾਂਦਾ। ਇਸੇ ਤਰ੍ਹਾਂ ਨਿਆਓ ਇੱਕ ਵਚਨ ਊੜੇ ਨਾਲ, ਨਿਆਵ ਬਹੁ ਵਚਨ ਬਹੁਤੇ ਨਿਆਂ। ਪਾਉ ਇੱਕ ਵਚਨ, ਪਾਵ ਬਹੁ ਵਚਨ। ਜੀਓ ਇਹ ਤੋਂ ਬਣਦਾ ਜੀ, ਜੱਜੇ ਨੂੰ ਬਿਹਾਰੀ ਆਲਾ ਜੀ ਬਹੁਤੇ। ਹੁਕਮੀ ਹੋਮਨ ਜੀ ਜਿਵੇਂ ਆਉਂਦਾ। ਭਉ ਭੱਬਾ ਊੜੇ ਨੂੰ ਔਂਕੜ, ਭਉ ਇਹ ਤੋਂ ਬਣਦਾ ਭੈ ਬਹੁ ਵਚਨ। ਸੌ ਸੱਸਾ ਊੜੇ ਨੂੰ ਔਂਕੜ ਜਾਂ ਸੱਸੇ ਨੂੰ ਕਨੌੜਾ। 100 100 ਦੀ ਗੱਲ ਹੈ। ਤੇ ਸੈ 70 ਸੈ ਸਲਾਰ ਹੈ ਜਾਂ ਕੇ ਸੈ ਸੱਸੇ ਨੂੰ ਦਲਾਈਆਂ ਈੜੀ ਨੂੰ ਸਿਆਰੀ। ਇਹ ਬਹੁਤਿਆਂ ਸੌਆਂ ਦੀ ਗੱਲ ਹੈ। ਇੱਕ ਬਾਬੇ ਨਾਮਦੇਵ ਜੀ ਦੀ ਬਾਣੀ 'ਚ ਆਉਂਦਾ ਲਾ ਕਰਕੇ ਭੂਤਕਾਲ। ਮਰਾਠੀ ਦੇ ਵਿੱਚ ਲਾ ਲਾਉਣ ਨਾਲ ਆਪਣਾ ਭੂਤਕਾਲ ਬਣ ਜਾਂਦਾ। ਜਿਵੇਂ ਪਹਿਲਾ ਭਇਆ, ਘੂਟਲਾ ਕੁੱਟਿਆ ਚੁੰਘਿਆ, ਔਰ ਬਾਂਦਲਾ ਨਾਮਾ ਸੁਲਤਾਨੇ ਬਾਂਦਲਾ ਯਾਨੀ ਬੰਨਿਆ। ਆਇਲਾ ਗੋਬਿੰਦ ਚੜੇ, ਗਰੜ ਚੜੇ ਗੋਬਿੰਦ ਆਇਲਾ ਆਇਆ। ਡੀਠਲਾ ਡਿੱਠਾ, ਭੇਂਟਲਾ ਭੇਂਟਿਆ, ਕੋਪਲਾ ਗੁੱਸੇ ਹੋਇਆ, ਕੋਪ ਗੁੱਸੇ ਨੂੰ ਕਹਿੰਦੇ। ਪੇਖੀਲੇ ਪੇਖਿਆ, ਤਜੀਲੇ ਤਜਿਆ, ਡਸੀਲੇ ਡਸਿਆ, ਤੇ ਜਾਪ ਜਪਲਾ ਯਾਨੀ ਜਪਿਆ, ਔਰ ਲਾਗਲਾ ਲੱਗਿਆ, ਬੰਚਲਾ ਠੱਗਿਆ ਗਿਆ, ਬੰਚ ਠੱਗੀ ਹੁੰਦੀ। ਦੈਲਾ ਦਿੱਤਾ। ਇਹ ਜਿੰਨੀ ਵੀ ਮਰਾਠੀ ਬੋਲੀ 'ਚ ਲਾ ਕਰਕੇ ਆਊਗਾ ਪਿੱਛੋਂ ਸ਼ਬਦ, ਉਹ ਭੂਤਕਾਲ ਦਾ ਪ੍ਰਤੀਕ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਬ੍ਰਾਹਮਣੈ ਸੰਗ ਉਦਰਣ, ਬ੍ਰਹਮ ਕਰਮ ਜੇ ਪੂਰਣੈ। ਆਤਮ ਰਤਿਅੰ ਸੰਸਾਰ,
ਆਤਮ ਰਤਿਉ ਸੰਸਾਰ ਗਹੰ ਤੇ ਨਰ ਨਾਨਕ ਨਿਫਲੈ ਪਰ ਦਰਬ ਹਿਰਣੰ ਬਹੁ ਵਿਘਨ ਕਰਣੰ ਉਜਰਣੰ ਸਰਬ ਜੀ ਕੈ ਲੋ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ ਕਰਮ ਕਰਤ ਸੇ ਸੁਕਰੈ ਮਤੇ ਸਮੇਵ ਚਰਣੰ ਉਦਰੰ ਪੈ ਦੁਤਰੈ ਅਨੇਕ ਪਾਤਕ ਹਰਣੰ ਨਾਨਕ ਸਾਧ ਸੰਗਮ ਤੈ ਸੰਸਿਐ ਨਾ ਸੰਸਿਐ ਮਤੇ ਸਮੇਵ ਚਰਣੰ ਉਦਰੰ ਪੈ ਦੁਤਰੈ ਅਨੇਕ ਪਾਤਕ ਹਰਣੰ ਨਾਨਕ ਸਾਧ ਸੰਗਮ ਨਾ ਸੰਸਿਐ। ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਗੁਰਮੁਖ ਸੱਜਣੋ, ਗੁਰਬਾਣੀ ਵਿਚਾਰ ਦੇ ਸਾਰੇ ਹੀ ਸਰੋਤਾ ਤੇ ਵਕਤਾ ਸੱਜਣੋ, ਆਪ ਜੀ ਦੇ ਚਰਨਾਂ ਵਿੱਚ ਆਪਣੀ ਹਕੀਰ ਬੁੱਧੀ ਦੁਆਰਾ, ਤੁੱਛ ਬੁੱਧੀ ਦੁਆਰਾ ਵਿਚਾਰ ਪੇਸ਼ ਹੈ, ਜੋ ਪੰਜਮ ਨਾਨਕ ਧੰਨ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਬਖਸ਼ ਰਹੇ ਹੈ। ਬ੍ਰਹਮਣੈ ਸੰਗ ਉਦਰਣੰ ਬ੍ਰਹਮ ਕਰਮ ਜੇ ਪੂਰਨ। ਜਿਹੜੇ ਬ੍ਰਾਹਮਣਾਂ ਦੇ ਬਰਮ ਕਰਮ ਹੈ ਉਹਦੇ ਚ ਪੂਰੇ ਆ, ਉਹ ਇੱਕ ਦੇ ਨਾਲ ਜੁੜੇ ਹੋਏ, ਉਹ ਬ੍ਰਾਹਮਣਾਂ ਦੇ ਸੰਗ ਲੱਗ ਕੇ ਅਸੀਂ ਵੀ ਉਧਾਰ ਕਰ ਸਕਦੇ ਹਾਂ ਆਪਣਾ। ਤੋ ਬੰਧਨ ਤੋੜੈ ਹੋਵੈ ਮੁਕਤ ਸੋਈ ਬ੍ਰਾਹਮਣ ਪੂਜਣ ਯੁਕਤ। ਜਿਹੜਾ ਜਾਤ ਕਰਕੇ ਬ੍ਰਾਹਮਣ ਹੈ, ਖੱਤਰੀ ਵੈਸ਼ ਸੂਦ ਬ੍ਰਾਹਮਣ, ਜਿਹੜੀ ਵਿਚਾਰ ਹੈ, ਉਹ ਵਿਚਾਰ ਨੂੰ ਖੰਡਿਆ ਗਿਆ ਗੁਰਬਾਣੀ ਚ। ਬ੍ਰਾਹਮਣ ਆਪਣੇ ਆਪ ਨੂੰ ਸ਼੍ਰੋਮਣੀ ਸਮਝਦਾ ਹੈ, ਉਹ ਵਿਚਾਰ ਦਾ ਬਿਲਕੁਲ ਖੰਡਨ ਹੈ। ਲੇਕਿਨ ਜਿਹੜਾ ਕੋਈ ਬ੍ਰਾਹਮਣ ਬ੍ਰਹਮ ਨੂੰ ਧਿਆਉਂਦਾ ਹੈ, ਬ੍ਰਹਮ ਦੇ ਕਰਮ ਕਰਦਾ ਹੈ, ਏਕੇ ਦੇ ਉੱਤੇ ਖੜਾ ਹੈ, ਡੁਐਲਿਟੀ ਤੋਂ ਬਚਿਆ ਹੋਇਆ ਹੈ, ਉਹ ਬ੍ਰਾਹਮਣ ਨੂੰ ਸੰਤ ਕਿਹਾ ਜਾਂਦਾ ਹੈ, ਉਹ ਪੂਜਣ ਯੋਗ ਹੁੰਦਾ ਹੈ। ਤੋ ਬ੍ਰਾਹਮਣ ਉਹ ਭਾਈ ਜਿਹਦੇ ਅੰਦਰ ਏਕਾ ਵੱਜ ਜਾਵੇ, ਨਾ ਕਿ ਜਾਤ ਕਰਕੇ। ਆਤਮ ਰਤਿੰ ਸੰਸਾਰ ਗਹੰ ਤੇ ਨਰ ਨਾਨਕ ਨਿਫਲੈ। ਉਹ ਨਰ, ਉਹ ਮਨੁੱਖ ਨਿਫਲ ਹੈ ਉਹਨਾਂ ਦਾ ਜਿਉਣਾ, ਜਿਹੜੇ ਆਪਣੇ ਆਪ ਨਾਲ ਰੱਤੇ ਹੋਏ, ਆਪਣੀ ਆਤਮਾ ਤੱਕ ਜਿਹਨਾਂ ਦੀ ਦੌੜ ਹੈ, ਪਰਮਾਤਮਾ ਨੂੰ ਜਾਣਦੇ ਨਹੀਂ। ਜਿਵੇਂ ਆਤਮਾ ਦੀ ਦੌੜ ਗਿਆਨ ਕਰਕੇ ਓਸ਼ੋ ਦੀ ਵਿਚਾਰ ਚੱਲਦੀ ਹੈ ਸੰਸਾਰ ਦੇ ਵਿੱਚ, ਬੜੇ ਲੋਕ ਮੁਰੀਦ ਬਣ ਗਏ, ਉਹਦੇ ਸਿੱਖ ਵੀ ਬਣੇ ਹੋਏ। ਸਾਧ ਸੰਗਤ ਜੀਓ, ਆਤਮਾ ਨਾਲ ਰੱਤਿਆ ਹੋਇਆ ਬੰਦਾ ਆਪਣੇ ਵੱਲ, ਉਹਦਾ ਜਿਹੜੀ ਦਿਸ਼ਾ ਹੈ ਉਹਦੀ ਆਪਣੇ ਅੰਦਰ ਵੱਲ ਹੈ, ਆਪਣੇ ਵੱਲ ਹੈ, ਪਰਮਾਤਮਾ ਵੱਲ ਨਹੀਂ ਹੁੰਦੀ ਕਦੇ ਵੀ। ਪਰਮਾਤਮਾ ਵੱਲ ਹੁੰਦੀ ਹੈ ਜਿਹੜਾ ਸਤਪੁਰਸ਼ ਹੋਵੇ, ਜਿਹਦੇ ਅੰਦਰ ਚੌਥਾ ਗੁਣ ਬਣ ਚੁੱਕਿਆ ਹੋਵੇ। ਖਾਲੀ ਗਿਆਨ ਠੀਕ ਹੈ, ਦੁਨੀਆ ਨਾਲੋਂ ਉੱਚਾ ਹੋ ਜਾਂਦਾ ਉਹ ਬੰਦਾ, ਸਤੋ ਕਰਮੀ ਵੀ ਹੋ ਜਾਂਦਾ ਕਿਸੇ ਹੱਦ ਤੱਕ, ਪਰ ਗੁਰਮਤਿ ਨੇ ਉਹਨੂੰ ਮਾਨਤਾ ਨਹੀਂ ਦਿੱਤੀ ਕਿ ਦੌੜ ਸਿਰਫ ਆਤਮਾ ਤੱਕ ਹੁੰਦੀ ਹੈ। ਨੇਫਲ ਫਰਮਾਉਂਦੀ ਹੈ ਗੁਰਬਾਣੀ ਇਹੀ ਜਿਹੀ ਦੌੜ ਨੂੰ। ਜਿਹੜਾ ਪਰਮ ਆਤਮਾ ਦੇ ਨਾਲ ਰਤ ਗਿਆ, ਪਰਮਾਤਮਾ ਦੇ ਨਾਲ ਰਤ ਗਿਆ, ਉਹ ਸਫਲ ਹੈ। ਪਰ ਦਰਬ ਹਿਰਣੰ ਬਹੁ ਵਿਘਨ ਕਰਣ। ਦੂਜਿਆਂ ਦੀ ਜਿਹੜੀ ਮਾਇਆ ਹੈ ਉਹਨੂੰ ਉਹ ਹਿਰਦਾ ਹੈ, ਚੋਰੀ ਕਰਦਾ ਹੈ, ਬਹੁਤ ਸਾਰੇ ਵਿਘਨ ਵੀ ਕਰਦਾ ਹੈ, ਔਰ ਉਪਦੇਸ਼ ਵੀ ਕਰਦਾ ਹੈ ਸਾਰਿਆਂ ਜੀਵਾਂ ਨੂੰ। ਕਰਦਾ ਉਪਦੇਸ਼ ਹੈ ਰੱਬ ਦਾ, ਪਰ ਦੂਜਿਆਂ ਦਾ ਪੈਸਾ ਧੇਲਾ ਵੀ ਹਿਰਦਾ ਹੈ, ਵਿਘਨ ਵੀ ਕਰਦਾ ਹੈ, ਆਚਰਨ ਅੱਛਾ ਨਹੀਂ ਹੈ। ਲਓ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ। ਤ੍ਰਿਸ਼ਨਾ ਦੇ ਵਿੱਚ ਆ ਵੀ ਲੈ ਲਵਾਂ, ਆ ਵੀ ਲੈ ਲਵਾਂ, ਇਹ ਮਨ ਵਿੱਚ ਹਰ ਵਕਤ ਰਹਿੰਦਾ। ਮਨ ਦੀ ਤ੍ਰਿਪਤੀ ਨਹੀਂ ਹੁੰਦੀ ਹੈ। ਕਰਮ ਕਰਤ ਸੇ ਸੂਕਰ ਹੈ, ਸੂਰ ਵਰਗੇ ਕਰਮ ਹੈ। ਗੰਦਗੀ ਖਾਣਾ, ਇਹ ਗੰਦਗੀ ਹੈ ਜਿਹੜੀ ਦੂਜਿਆਂ ਤੋਂ ਖੋਹ ਕੇ ਖਾਣਾ।
ਗਊ ਖਾਣ ਦੇ ਬਰਾਬਰ ਵੀ ਗੁਰਬਾਣੀ 'ਚ ਫਰਮਾਇਆ ਗਿਆ। ਜਿਹੜਾ ਬ੍ਰਾਹਮਣ ਹੈ ਉਹਨੂੰ, ਮੁਸਲਮਾਨ ਨੂੰ ਸੂਰ ਦੇ ਬਰਾਬਰ ਸਮਝਿਆ ਗਿਆ। ਤੋ ਤ੍ਰਿਸ਼ਨਾ ਦੇ ਅਧੀਨ ਮਨ ਕਦੇ ਵੀ ਰੱਜਦਾ ਨਹੀਂ, ਅਤ੍ਰਿਪਤ ਰਹਿੰਦਾ ਹੈ, ਸੰਤੋਖ ਆਉਂਦਾ ਨਹੀਂ ਕਦੇ ਵੀ। ਮਤੇ ਸਮੇਵ ਚਰਨ ਉਦਰਣ ਭੈ ਦੁਤਰੈ। ਜਿਹੜੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਗਏ ਉਹ ਇਸ ਦੁੱਤਰ ਭੈ ਤੋਂ ਤਰ ਜਾਂਦੇ। ਦੁੱਤਰ ਜਿਹੜਾ ਭੈ ਦਾ ਦੁੱਤਰ ਸਾਗਰ ਹੈ, ਨਾ ਤਰਨ ਵਾਲਾ, ਉਹਨੂੰ ਪਾਰ ਹੋ ਜਾਂਦੇ ਤਿਰ ਕੇ, ਜਿਹੜੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਦੇ। ਅਨੇਕ ਪਾਤਕ ਹਰਨ, ਨਾਨਕ ਸਾਧ ਸੰਗਮ ਨਾ ਸੰਸਿਆ। ਇਹ ਜਿਹੜਾ ਪ੍ਰਮਾਤਮਾ ਦਾ ਨਾਮ ਹੈ, ਉਹਦੇ ਜਿਹੜੇ ਚਰਨ ਹੈ, ਬਹੁਤ ਅਨੇਕਾਂ ਹੀ ਪਾਪਾਂ ਨੂੰ ਹਰਨ ਵਾਲਾ ਹੈ, ਸਮਾਪਤ ਕਰਨ ਵਾਲਾ। ਜਿਵੇਂ ਇੱਕ ਤੀਲਾਂ ਦੀ ਡੱਬੀ ਜਾਂ ਇੱਕ ਸੀਖ ਉਹਦੀ, ਇੱਕ ਤੀਲੀ ਸਾਰੇ ਜੰਗਲ ਨੂੰ ਰਾਖ ਕਰ ਦਿੰਦੀ ਹੈ। ਐਸੇ ਤਰੀਕੇ ਨਾਲ ਨਾਮ ਦਾ ਇੱਕ ਕਿਣਕਾ, ਗੁਰੂ ਦੇ ਚਰਨਾਂ ਦੀ ਇੱਕ ਪ੍ਰੀਤੀ ਸਾਡੇ ਸਾਰੇ ਪਾਪਾਂ ਨੂੰ ਨਾਸ਼ ਕਰ ਦਿੰਦੀ ਹੈ। ਔਰ ਪਾਤਸ਼ਾਹ ਫਰਮਾਉਂਦੇ, ਸਾਧ ਸੰਗਮ ਨਾ ਸੰਸਿਆ। ਸਾਧੂ ਦੀ ਸੰਗਤ, ਗੁਰੂ ਕੀ ਸੰਗਤ ਦੇ ਵਿੱਚ ਕੋਈ ਸੰਸਾ ਨਹੀਂ ਰਹਿ ਜਾਂਦਾ ਇਸ ਗੱਲ ਦਾ ਵੀ ਪਾਪ ਨਾਸ਼ ਨਹੀਂ ਹੁੰਦੇ, ਹੋ ਜਾਂਦੇ। ਗੁਰਬਾਣੀ 'ਚ ਪਵਿੱਤਰ ਵਚਨ ਹੈ, ਕੋਈ ਗਾਵੇ ਕੋ ਸੁਣੈ, ਹਰਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਕਬੀਰ ਜੀ ਸਾਨੂੰ ਹੌਸਲਾ ਦੇ ਰਹੇ, ਦ੍ਰਿੜ ਕਰਾ ਰਹੇ ਹੈ ਵੀ ਸੰਗਮ ਦੇ ਵਿੱਚ ਆ ਜਾਓ, ਸਾਧਾਂ ਦੇ ਸੰਗਮ 'ਚ, ਸੰਤ ਮੰਡਲੀ 'ਚ, ਸਤ ਸੰਗਤ ਵਿੱਚ ਆ ਜਾਓ। ਕੋਈ ਸ਼ੰਕਾ ਹੀ ਨਹੀਂ ਹੈ ਵੀ ਤੁਸੀਂ ਨਹੀਂ ਤਰੋਗੇ, ਸਾਰੇ ਪਾਪ ਦੂਰ ਹੋ ਜਾਣਗੇ। ਬਸ ਸਵਾਲ ਇਹੀ ਹੈ ਵੀ ਸੰਗਤ ਦੀ ਜਿਹੜੀ ਬਾਤ ਹੈ ਉਹਨੂੰ ਗ੍ਰਹਿਣ ਕਰ ਲਓ। ਕੇਵਲ ਸੰਗਤ ਕਰਨ ਖਾਤਰ ਹੀ ਨਹੀਂ ਹੋਣਾ, ਸੰਗਤ ਦੇ ਵਿੱਚ ਜੁੜਨਾ ਹੈ, ਸੰਗਤ ਦੇ ਨਾਲ ਰੱਤ ਹੋਣਾ ਹੈ, ਪ੍ਰੇਮ ਪਾਉਣਾ ਹੈ। ਜੋ ਸੰਗਤ ਦੇ ਵਿੱਚ ਵਿਚਾਰ ਚੱਲਦੀ ਹੈ ਉਹਨੂੰ ਪਕੜਨਾ ਹੈ। ਤੋ ਸਾਧ ਸੰਗਤ ਜੀ, ਅੱਜ ਦੀ ਵਿਚਾਰ ਤਾਂ ਇੱਥੇ ਸਮਾਪਤ ਹੁੰਦੀ ਹੈ। ਔਰ ਸੰਸਕ੍ਰਿਤੀ ਦੇ ਸਾਰੇ ਸ਼ਲੋਕ 67 ਪੂਰੇ ਹੋ ਗਏ। ਜਿੰਨੀ ਕੁ ਤੁਛ ਬੁੱਧੀ ਅਨੁਸਾਰ ਵਿਚਾਰ ਹੋਈ ਹੈ ਆਪ ਜੀ ਦੇ ਸਾਹਮਣੇ, ਕਿਉਂਕਿ ਪਰਫੈਕਸ਼ਨ ਤਾਂ ਹੋਣੀ ਬਹੁਤ ਮੁਸ਼ਕਿਲ ਹੈ, ਔਰ ਖਾਸ ਕਰਕੇ ਗੁਰਬਾਣੀ ਦੀ ਪਰਫੈਕਸ਼ਨ ਹੋਣੀ ਇੰਪੋਸੀਬਲ ਬਾਤ ਹੈ। ਇੰਨਾ ਜ਼ਰੂਰ ਹੈ ਵੀ ਸਾਨੂੰ ਗੁਰੂ ਸਾਹਿਬ ਨੇ ਇਹ ਗੱਲ ਦ੍ਰਿੜ ਕਰਾਈ ਹੋਈ ਹੈ ਸੰਗਤ ਨੂੰ, ਵੀ ਜਿਹੜਾ ਗੁਰੂ ਦੇ ਮਗਰ ਚੱਲੇਗਾ, ਆਪਣੀ ਮੈਂ ਪਰ ਚੋਟ ਮਾਰੂਗਾ, ਨੀਵਾਂ ਹੋਊਗਾ, ਉਹਨੂੰ ਜ਼ਰੂਰ ਕੁਛ ਨਾ ਕੁਛ ਗੁਰੂ ਤੋਂ ਪ੍ਰਾਪਤੀ ਹੁੰਦੀ ਹੈ। ਕੁਛ ਨਾ ਕੁਛ ਕਿਹਾ ਬਹੁਤ ਜ਼ਿਆਦਾ ਪ੍ਰਾਪਤੀ ਹੋ ਜਾਂਦੀ ਹੈ। ਬਸ ਸਾਨੂੰ ਆਪਣੇ ਆਪ ਨੂੰ ਨੀਵਾਂ ਕਰਨਾ, ਗੁਰੂ ਦੀ ਗੱਲ ਸੁਣਨੀ ਹੈ, ਸੰਗਤ ਵਿੱਚ ਜਾਣਾ ਹੈ, ਗੁਰਬਾਣੀ ਦੀ ਸੰਗਤ ਕਰਨੀ ਹੈ, ਏਕੇ ਦੀ ਸੰਗਤ ਕਰਨੀ ਹੈ। ਹੋਰ ਜਿਹੜੀਆਂ ਸੰਗਤਾਂ ਹੈ ਬਹੁਤ ਕਿਸਮ ਦੀਆਂ ਚੱਲਦੀਆਂ ਹੈ, ਜਿਨ੍ਹਾਂ ਨੂੰ ਕੁਸੰਗਤਾਂ ਵੀ ਕਿਹਾ ਜਾਂਦਾ ਹੈ, ਉਹ ਨਹੀਂ ਕਰਨੀਆਂ। ਜਿੱਥੇ ਇੱਕ ਦੀ ਗੱਲ ਹੈ ਉਹ ਸੰਗਤ ਕਰਨੀ ਹੈ, ਜਿੱਥੇ ਵਡਿਆਈ ਗੁਰੂ ਦੀ ਔਰ ਪਰਮਾਤਮਾ ਦੀ ਹੈ ਉਹ ਸੰਗਤ ਕਰਨੀ ਹੈ। ਜਿੱਥੇ ਕਿਸੇ ਵਿਅਕਤੀ ਵਿਸ਼ੇਸ਼ ਦੀ ਵਡਿਆਈ ਹੈ, ਦੁਨਿਆਵੀ ਵਿਅਕਤੀ ਦੀ, ਭਾਵੇਂ ਸਾਨੂੰ ਉਹ ਲੱਗੇ ਵੀ ਉਹ ਸ਼ਾਇਦ ਚੌਥੇ ਰੰਗ ਵਾਲਾ ਬੰਦਾ ਹੈ, ਮਹਾਂਪੁਰਸ਼ ਹੈ, ਪਰ ਉਹ ਹੁੰਦਾ ਨਹੀਂ। ਅਸਲ 'ਚ ਸਾਡੀ ਬੁੱਧੀ ਦਾ ਹੀ ਭਰਮ ਹੁੰਦਾ ਹੈ। ਉਹੀ ਜੀ ਸੰਗਤ 'ਚੋਂ ਕੁਛ ਨਹੀਂ ਲੱਭਣਾ ਭਾਈ। ਸੰਗਤ ਕੇਵਲ ਬਾਣੀ ਦੀ ਜਾਂ ਕਿਸੇ ਰਮੇ ਹੋਏ ਮਹਾਂਪੁਰਸ਼ ਦੀ। ਉਹ ਮਹਾਂਪੁਰਸ਼ਾਂ ਬਾਰੇ ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਆਪਣੀ ਬੁੱਧੀ ਨਾਲ ਕੁਛ ਹੋਰ ਤਰੀਕੇ ਨਾਲ ਸਮਝ ਲੈਂਦੇ। ਇਸ ਕਰਕੇ ਤੇ ਬਾਣੀ ਦੀ ਉਹ ਸੰਗਤ ਕਰੀ ਜਾਵੇ ਤਾਂ ਜ਼ਿਆਦਾ ਚੰਗੀ ਗੱਲ ਹੈ। ਕਮ ਸੇ ਕਮ ਸਾਡੇ ਮਨ 'ਚ ਇੱਕ ਭਰਮ ਤਾਂ ਨਹੀਂ ਰਹੂਗੀ ਅਸੀਂ ਕੱਚੇ ਦੀ ਸੰਗਤ ਕਰ ਰਹੇ। ਜੇ ਕੱਚੇ ਨੂੰ ਪੱਕਾ ਬਣਾਈ ਬੈਠੇ ਹੋਈਏ, ਕਸੁੰਭ ਨੂੰ ਮਜੀਠ ਸਮਝਦੇ ਹੋਈਏ, ਫਿਰ ਸਾਡਾ ਜਿਹੜਾ ਕਰਮ ਕਰਿਆ ਹੋਇਆ ਉਹ ਨਿਫਲ ਜਾਊਗਾ। ਕਿਉਂਕਿ ਆਪ ਡੁੱਬੇ ਚਾਹੋ ਵੇਦ ਮੈਂ ਚੇਲੇ ਦੀਏ ਬਹਾਏ। ਜਿਹੋ ਜਿਹਾ ਗੁਰੂ ਨਕਲੀ ਬਣਾਇਆ ਹੋਇਆ, ਚਾਹੇ ਅਸੀਂ ਉਹਨੂੰ ਸੱਚਾ ਸਮਝਦੇ ਹੋਈਏ, ਉਹ ਉਹਨੇ ਆਪ ਵੀ ਡੁੱਬਣਾ, ਨਾਲ ਸਾਨੂੰ ਵੀ ਡੋਬ ਦੇਣਾ। ਤਾਂ ਬਾਣੀ ਦੇ ਉੱਤੇ ਮੋਹਰ ਲੱਗੀ ਹੋਈ ਹੈ। ਗੁਰਬਾਣੀ ਪਰਮ ਪਦ ਦੀ ਔਰ ਚੌਥੇ ਗੁਣ ਦੀ ਅਵਸਥਾ 'ਚੋਂ ਨਿਕਲੀ ਹੋਈ ਹੈ। ਇਹ ਪਰਮਾਤਮਾ ਰੂਪ ਹੈ।
ਇਹ ਬ੍ਰਹਮ ਰੂਪ ਹੈ, ਨਿਰੰਕਾਰ ਰੂਪ ਹੈ, ਇਹ ਪੂਰਾ ਹੈ, ਪੂਰੀ ਹੈ ਬਾਣੀ। ਜਿਹੜਾ ਇਹਦੇ ਨਾਲ ਜੁੜੂਗਾ ਉਹ ਪਾਰ ਜਾਊਗਾ ਹੀ ਜਾਊਗਾ। ਇਹ ਕਬੀਰ ਜੀ ਨੇ ਸਾਨੂੰ ਇਹ ਤਸੱਲੀ ਦੇ ਨਾਲ ਦ੍ਰਿੜ ਕਰਾਈ ਹੈ ਬਾਤ ਵੀ ਅੰਤ ਪਰਮਗਤ ਪਾਏ, ਅਖੀਰ ਨੂੰ ਪਰਮਗਤ ਮਿਲੂਗੀ, ਸਾਡਾ ਉਧਾਰ ਹੋ ਜਾਊਗਾ। ਇਹੀ ਸੰਦੇਸ਼ ਸਮੁੱਚੀ ਗੁਰਬਾਣੀ ਦਾ। ਬਾਣੀ ਕਿਤੋਂ ਵੀ ਪੜ੍ਹ ਲਓ, ਸਭ ਇੱਕੋ ਹੀ ਸਾਰ ਹੈ। ਸਾਧ ਸੰਗਤ ਜੀ, ਆਪ ਨੇ ਜਿਨ੍ਹਾਂ ਨੇ ਵੀ ਧਿਆਨ ਦੇ ਨਾਲ ਇਹ ਵਿਚਾਰਾਂ ਸੁਣੀਆਂ ਹੋਣਗੀਆਂ, ਸਮਝ ਆਈ ਹੋਊਗੀ ਵੀ ਜਪਜੀ ਸਾਹਿਬ 'ਚ ਵੀ ਉਹੀ ਬਾਤ ਹੈ, ਸੰਸਕ੍ਰਿਤੀ 'ਚ ਵੀ ਉਹੀ ਕੁਛ ਹੈ। ਹੋਰ ਕਿਤੇ ਵੀ ਬਾਣੀ ਪੜ੍ਹ ਲਓ, ਸਭ ਵਿਚਾਰ ਉਹੀ ਹੈ, ਭਾਵਨਾ ਉਹੀ ਹੈ। ਚਾਹੇ ਸੁਖਮਨੀ ਸਾਹਿਬ ਪੜ੍ਹ ਲਓ, ਕੋਈ ਕਿਸੇ ਕਿਸਮ ਦਾ ਵਿਚਾਰ ਦੇ ਵਿੱਚ ਅੰਤਰ ਨਹੀਂ ਹੈ। ਸ਼ਬਦ ਅਲੱਗ-ਅਲੱਗ ਹੋ ਸਕਦੇ, ਭਾਸ਼ਾ ਅਲੱਗ-ਅਲੱਗ ਹੈ, ਉਹ ਬਾਤ ਹੋਰ ਹੈ, ਪਰ ਜਿਹੜੀ ਅੰਦਰ ਵਿਚਾਰ ਹੈ ਉਹ ਉਹੀ ਹੈ। ਗਾਥਾ ਗੂੜ ਅਪਾਰੰ ਸਮਝਣਾ ਬਿਰਲਾ ਜਨੈ। ਇਹ ਬੜੀ ਗੂੜੀ ਵਿਚਾਰ ਹੈ ਗੁਰਬਾਣੀ ਦੀ। ਜੇ ਸਮਝ ਆ ਜਾਏ, ਜੇ ਮਨ ਵਿੱਚ ਇਹੀ ਡੁਐਲਿਟੀ ਰਹੀ ਵੀ ਫਲਾਣੀ ਬਾਣੀ ਚੰਗੀ ਹੈ, ਦੂਜਿਆਂ ਨਾਲੋਂ ਉੱਤਮ ਹੈ, ਉਹ ਫਿਰ ਡੁਐਲਿਟੀ 'ਚੋਂ ਨਿਕਲਦੀਆਂ ਬਾਤਾਂ ਸਾਰੀਆਂ। ਜਦ ਏਕੇ 'ਚ ਰੰਗ ਹੋ ਗਈ ਆਤਮਾ, ਸਾਰੀ ਬਾਣੀਆਂ ਇੱਕ ਸਾਰ ਹੈ। ਫਿਰ ਸਾਰੀ ਬਾਣੀ ਗੁਰੂ ਦਾ ਮੰਤਰ ਹੈ। ਫਿਰ ਮਨ ਵਿੱਚੋਂ ਇਹ ਗੱਲਾਂ ਨਿਕਲ ਜਾਂਦੀਆਂ ਵੀ ਕਿਹੜਾ ਬੀਜ ਮੰਤਰ ਹੈ, ਕਿਹੜਾ ਮਾਲ ਮੰਤਰ ਹੈ, ਮਹਾ ਮੰਤਰ ਹੈ, ਕਿਹੜਾ ਮਾਲਾ ਮੰਤਰ ਹੈ। ਇਹ ਚੀਜ਼ਾਂ ਰਹਿੰਦੀਆਂ ਹੀ ਨਹੀਂ ਮਨ 'ਚ, ਸਾਰੀ ਬਾਣੀ ਨੂੰ ਹੀ ਮੰਤਰ ਸਮਝਦਾ ਬੰਦਾ। ਉਹ ਸਾਧ ਸੰਗਤ ਜੀਓ, ਅਵਸਥਾ ਆਪਣੀ ਆਪਣੀ ਹੈ। ਹਰ ਬੰਦਾ ਜੋ ਸਮਝਦਾ, ਬੋਲਦਾ ਤਾਂ ਇੱਕ ਵਕਤਾ ਹੁੰਦਾ, ਉਹਨੂੰ ਸਮਝਣ ਵਾਲੇ ਜੇ 10 ਹੈ ਤਾਂ 10 ਨੇ ਆਪਣੇ ਤਰ੍ਹਾਂ ਇੰਟਰਪ੍ਰੇਟ ਕਰਨਾ ਹੁੰਦਾ। ਇਹ ਕੁਦਰਤੀ ਗੱਲ ਹੈ, ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਹੌਲੀ ਹੌਲੀ ਜਦੋਂ ਸਮਝ ਆਉਂਦੀ ਚਲੇ ਜਾਂਦੀ ਹੈ, ਫਿਰ ਅਸਲੀ ਜਿਹੜੀ ਵਿਚਾਰ ਹੈ ਉਹ ਬੰਦਾ ਗ੍ਰਹਿਣ ਕਰ ਲੈਂਦਾ ਹੈ, ਪਹਿਲੀ ਵਿਚਾਰ ਨੂੰ ਛੱਡ ਦਿੰਦਾ। ਇਹੀ ਕੁਛ ਗੁਰਬਾਣੀ ਦਾ ਉਦਮ ਹੈ ਸਾਡੇ ਪ੍ਰਤੀ। ਬਾਣੀ ਨੇ ਇਹੀ ਕੁਛ ਕਰਨਾ ਵੀ ਸਾਡੇ ਜਿਹੜੀ ਕੱਚਾ ਅੰਦਰ ਖਾਮ ਖਿਆਲੀਆਂ ਉਹ ਕੱਢਣੀਆਂ, ਜਿਹੜੀਆਂ ਦੁਨੀਆਦਾਰੀ ਦੀਆਂ ਵਿਚਾਰਾਂ ਹੈ ਉਹ ਛੱਡਣੀਆਂ, ਜਿਹੜੀਆਂ ਸਿਆਣਪ 'ਚੋਂ ਨਿਕਲੀਆਂ ਹੋਈਆਂ ਗੱਲਾਂ ਉਹ ਛੱਡਣੀਆਂ, ਜਿਹੜੀਆਂ ਵਿਵੇਕ 'ਚੋਂ ਨਿਕਲੀ ਹੋਈ ਜਿਵੇਂ ਬਾਣੀ ਹੈ ਉਹਦੀ ਬਾਤ ਪਕੜਨੀ। ਬਸ ਸਾਡਾ ਪ੍ਰਯੋਜਨ ਇਹੀ ਚਾਹੀਦਾ। ਜੇ ਅਸੀਂ ਕੱਚਿਆਂ ਨਾਲ ਜੁੜੂਗੇ ਫਿਰ ਸਾਡਾ ਨਿਫਲ ਹੋ ਜਾਊਗਾ ਜਨਮ। ਜੇ ਪੱਕੇ ਢੂੰਡ ਲਏ ਕਿਤੋਂ ਫਿਰ ਸਫਲ ਹੋ ਜਾਊਗਾ। ਪਰ ਗੱਲ ਫਿਰ ਉਹੀ ਹੈ ਵੀ ਸਾਨੂੰ ਸਮਝ ਨਹੀਂ ਹੁੰਦੀ ਵੀ ਪੱਕਾ ਕੌਣ ਹੈ। ਅਸੀਂ ਆਪਣੀ ਅਲਪ ਬੁੱਧੀ ਨਾਲ ਦੇਖਣਾ ਉਹਨੂੰ। ਅਲਪ ਬੁੱਧੀ ਤਾਂ ਸਾਰੇ ਪੰਜਾਬ 'ਚ ਜੋ ਕੁਛ ਹੋ ਰਿਹਾ ਅੱਜ, ਜਿਹੜੀ ਭਾਈ ਰਣਜੀਤ ਸਿੰਘ ਜੀ ਬਾਤ ਕਹਿ ਰਹੇ ਸੀਗੇ, ਉਹ ਬਿਲਕੁਲ ਖਾਮ ਖਿਆਲੀ ਹੈ। ਕੋਈ ਵਿਅਕਤੀ ਵਿਸ਼ੇਸ਼ ਆਪਣਾ ਅੰਮ੍ਰਿਤ ਛਕਾਵੇ, ਇਹ ਸਿੱਖੀ 'ਚ ਪ੍ਰਵਾਨ ਨਹੀਂ ਹੈ। ਅੰਮ੍ਰਿਤ ਗੁਰੂ ਵੱਲੋਂ ਬਖਸ਼ਿਆ ਜਾਂਦਾ ਹੈ, ਔਰ ਇਹ ਖੰਡੇ ਬਾਟੇ ਦੀ ਪੌਲ ਹੈ ਸਾਧ ਸੰਗਤ ਜੀ, ਜਿਹੜੀ ਆਪਾਂ ਛਕਦੇ ਹਾਂ। ਅੰਮ੍ਰਿਤ ਤਾਂ ਉਹ ਤਰੀਕਾ ਹੈ, ਉਹ ਬਾਣੀ ਹੈ ਜਿਹੜੀ ਵਿੱਚ ਪੜ੍ਹੀ ਜਾਂਦੀ ਹੈ, 5 ਬਾਣੀਆਂ, ਉਹ ਅੰਮ੍ਰਿਤ ਹੈ। ਬਾਕੀ ਜਿਹੜੀ ਰੀਤ ਕਰਨੀ ਹੈ ਸੰਸਾਰੀ ਤੌਰ ਪਰ ਉਹ ਜ਼ਰੂਰੀ ਹੈ, ਉਹ ਸਾਡੀ ਇਨੀਸ਼ੀਏਸ਼ਨ ਹੈ ਪੰਥ ਦੇ ਵਿੱਚ। ਜਿਵੇਂ ਕਿਸੇ ਵੀ ਫੌਜੀ ਖਾਤਰ ਕੋਈ ਨਾ ਕੋਈ ਨਿਯਮ ਤਾਂ ਹੁੰਦਾ ਹੀ ਹੈ ਵੀ ਤੇ ਆਹ ਸਟਾਰ ਲਾਉਣਾ, ਆਹ ਮੋਢੇ ਤੇ ਲਗਾਉਣਾ ਹੈ, ਆਹ ਮੂਹਰੇ ਛਾਤੀ ਤੇ ਲਗਾਉਣਾ ਹੈ। ਉਹ ਜਥੇਬੰਦੀ ਦਾ ਇੱਕ ਨਿਯਮ ਹੁੰਦਾ ਹੈ, ਬੈਪਟਿਜ਼ਮ ਕਹਿੰਦੇ ਜਿਹਨੂੰ। ਲੇਕਿਨ ਜਿਹੜਾ ਅੰਦਰਲੀ ਅਵਸਥਾ ਹੈ ਉਹ ਤਾਂ ਨਾਮ ਨਾਲ ਹੀ ਬਣਨੀ ਹੈ। ਨਾਮ ਕਿੱਥੋਂ ਪੈਦਾ ਹੋਣਾ? ਗੁਰਬਾਣੀ ਤੋਂ। ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਇੰਦਾ। ਉਹ ਜਿਹੜਾ ਨਾਮ ਹੈ ਉਹ ਤਾਂ ਬਾਣੀ ਨੇ ਅੰਦਰ ਪੈਦਾ ਕਰਨਾ। ਉਹ ਫਿਰ ਜਿਉਂ-ਜਿਉਂ 5 ਬਾਣੀਆਂ ਦੇ ਨਾਲ ਬੰਦਾ ਰੱਤਿਆ ਜਾਂਦਾ ਹੈ, ਉਹਨਾਂ ਦੀ ਵਿਚਾਰ ਬਾਣੀਆਂ ਦੀ ਅੰਦਰ ਆ ਜਾਂਦੀ ਹੈ, ਫਿਰ ਨਾਮ ਵੀ ਪੈਦਾ ਹੋਣ ਦੀ ਸੰਭਾਵਨਾ ਹੁੰਦੀ ਹੈ ਪੂਰੀ। ਤੋ ਸਾਧ ਸੰਗਤ ਜਿਹੜਾ ਨਿਤਨੇਮ ਦੀ ਬਾਤ ਹੈ 5 ਬਾਣੀਆਂ ਦੀ, ਉਹ ਮਿਨੀਮਮ ਹੈ ਇੱਕ ਸਿੱਖ ਖਾਤਰ, ਘੱਟ ਤੋਂ ਘੱਟ। ਇਹ ਨਹੀਂ ਵੀ ਇਕੱਲੀਆਂ ਉਹੀ 5 ਪੜ੍ਹਨੀਆਂ, ਸਾਰੀ ਬਾਣੀ ਕਲਿਆਣਕਾਰੀ ਹੈ, ਕਿਤੋਂ ਵੀ ਪੜ੍ਹ ਲਓ ਬਾਤ ਉਹੀ ਮੁੜ ਮੁੜ ਕੇ ਆਉਣੀ ਹੈ। ਕੋਈ ਇੱਕ ਤੁਕ ਲੈ ਲਓ ਜਪਜੀ ਸਾਹਿਬ ਦੀ, ਉਹਨੂੰ 20 ਥਾਂ ਦੇਖ ਲਓ ਅੱਗੇ ਆਈ ਹੋਈ ਉਸੇ ਤਰ੍ਹਾਂ ਦੀ ਵਿਚਾਰ। ਸੋ ਮਿਨੀਮਮ ਤਾਂ ਕਰਨਾ ਹੀ ਕਰਨਾ ਹੈ ਸਿੱਖ ਨੇ। ਜੇ ਵੱਧ ਹੋ ਜਾਏ ਤਾਂ ਉਹ ਵਰਗੀ ਤਾਂ ਰੀਸ ਕੋਈ ਨਹੀਂ। ਗੁਰਬਾਣੀ ਤਾਂ ਫਰਮਾਉਂਦੀ ਹੈ ਵੀ ਹਰ ਸਾਸ ਕਰੋ, ਹਰ ਰੋਮ ਦੇ ਨਾਲ ਕਰੋ, ਗਰਾਸ ਵੀ ਕਰੋ। ਤੋ ਇਹ ਜਿਹੜੇ ਕੱਚੀਆਂ ਗੱਲਾਂ ਕਰਦੇ ਆ, ਇਹ ਜਿਹੜੇ ਸਾਡੇ ਡੇਰੇਦਾਰ ਆ ਜਿਨ੍ਹਾਂ ਦੀ ਗੱਲ ਭਾਈ ਰਣਜੀਤ ਸਿੰਘ ਜੀ ਕਰਦੇ ਆ,
ਇਹਨਾਂ ਨੇ ਆਪਣੇ ਨਾਲ ਜੋੜਨਾ ਕਿਸੇ ਨਾ ਕਿਸੇ ਤਰੀਕੇ ਨਾਲ ਬੰਦੇ ਨੂੰ। ਕਿਸੇ ਨੇ ਆਪਣਾ ਅੰਮ੍ਰਿਤ ਛਕਾ ਕੇ ਜੋੜਨਾ, ਕਿਸੇ ਨੇ ਹੋਰ ਗੱਲਾਂ ਕਰਕੇ ਜੋੜਨਾ। ਇਹ ਠੀਕ ਨਹੀਂ ਹੈ। ਗੁਰੂ ਇੱਕੋ ਹੀ ਹੈ ਸਭ ਦਾ, ਬਾਣੀ ਵੀ ਇੱਕੋ ਹੀ ਹੈ, ਵਿਚਾਰ ਵੀ ਇੱਕ ਹੈ। ਫਿਰ ਦੂਜੀਆਂ ਗੱਲਾਂ ਕਿਉਂ? ਜਿਹੜੀ ਗੱਲ ਟਕਸਾਲਾਂ ਦੀ ਹੈ ਬਹੁਤ ਉੱਤਮ ਹੈ। ਟਕਸਾਲੀ ਜਿੰਨੇ ਵੀ ਪ੍ਰਚਾਰਕ ਹੋਏ, ਕਿਸੇ ਨੇ ਵੀ ਆਪਣੇ ਆਪ ਨੂੰ ਸੰਤ ਨਾ ਸਮਝਿਆ ਨਾ ਕੁਹਾਇਆ। ਇਹ ਗੱਲ ਉਹਨਾਂ ਦੀ ਬਹੁਤ ਉੱਚੀ ਹੈ। ਬਾਕੀ ਡੇਰੇਦਾਰੀ ਆਪਣੇ ਆਪ ਨੂੰ ਰੱਬ ਬਣਾ ਕੇ ਪੇਸ਼ ਕਰਦੀ, ਸੰਤ ਤੋਂ ਵੀ ਉੱਚਾ ਸਮਝਦੀ ਹੈ, ਬ੍ਰਹਮ ਗਿਆਨੀ ਸਮਝਦੇ, ਆਲੋਕ ਵੀ ਸਮਝਦੇ। ਇਹ ਵਿਡੰਬਣਾ ਹੈ ਸਿੱਖ ਧਰਮ ਦੇ ਵਿੱਚ, ਬਹੁਤ ਬੁਰੀ ਗੱਲ ਹੈ। ਕੋਈ ਹੋਵੇ ਉਹਨੂੰ ਤਾਂ ਸਮਝੋ, ਪਰ ਜੇ ਹੈ ਹੀ ਨਹੀਂ ਇੰਨੀ ਗਿਣਤੀ ਵੀ ਤਾਂ ਹੋ ਨਹੀਂ ਸਕਦੇ ਹਜ਼ਾਰਾਂ ਦੀ ਗਿਣਤੀ 'ਚ। ਤਾਂ ਸਮਝਣ ਵਾਲੀ ਗੱਲ ਇਹੀ ਹੈ ਵੀ ਸਾਨੂੰ ਪਤਾ ਨਹੀਂ ਹੈ ਵੀ ਕੱਚਾ ਕੌਣ ਹੈ, ਪੱਕਾ ਕੌਣ ਹੈ। ਇਸ ਕਰਕੇ ਬਾਣੀ ਨੂੰ ਹੀ ਗੁਰੂ ਮੰਨ ਕੇ ਚੱਲੋ ਭਾਈ। ਫਿਰ ਸਾਨੂੰ ਕੱਚਾ ਹੁਣ ਜਿਹੜਾ ਡੁੱਬਣ ਦੀ ਜਿਹੜੀ ਗੱਲ ਹੈ, ਕੱਚਿਆਂ ਨਾਲ ਜੁੜ ਕੇ ਉਹ ਹਟ ਜਾਏਗੀ। ਜਿਹਦਾ ਪਤਾ ਨਹੀਂ ਹੈ, ਜਦੋਂ ਬਾਣੀ ਪੜ੍ਹ ਕੇ ਵਿਚਾਰ ਕਰਕੇ ਸਮਝ ਲੱਗ ਗਈ, ਫਿਰ ਕੋਈ ਪੱਕਾ ਮਿਲ ਵੀ ਜਾਊਗਾ, ਉਹਨੂੰ ਤੋੜ ਲਿਓ। ਇਹੀ ਵਿਚਾਰ ਹੈ ਭਾਈ ਰਣਜੀਤ ਸਿੰਘ ਜੀ, ਤੁਹਾਡਾ ਵਿਚਾਰ ਉੱਤਮ ਹੈ। ਟਕਸਾਲੀ ਜਿੰਨੇ ਵੀ ਮਹਾਂਪੁਰਸ਼ ਹੋਏ ਹੈ, ਕਿਸੇ ਨੇ ਵੀ ਸੰਤ ਨਹੀਂ ਕਹਾਇਆ, ਕਿਸੇ ਨੇ ਚਰਨੀ ਹੱਥ ਵੀ ਨਹੀਂ ਲਗਾਇਆ। ਇੱਥੇ ਇੱਕ ਨੁਕਤਾ ਹੋਰ ਹੈ, ਉਹ ਨਾ ਵਿੱਚ ਲੈ ਕੇ ਆਇਓ ਕਈ ਸਿੱਖਾਂ ਨੂੰ, ਉਹ ਵੀ ਹੈ ਖਿਆਲ। ਦੇਖੋ, ਸੇਵਾ ਕਰਨੀ ਕਿਸੇ ਵੀ ਬੜੇ ਪੁਰਸ਼ ਦੀ, ਬਿਰਧ ਪੁਰਸ਼ ਦੀ, ਉਹਦੀ ਮੁੱਠੀ ਚਾਪੀ ਵੀ ਕਰਨੀ, ਇਹ ਗੁਰਮਤਿ ਤੋਂ ਉਲਟ ਨਹੀਂ ਹੈ। ਤਾਂ ਗੁਰਮਤਿ ਸਗੋਂ ਫਰਮਾਉਂਦੀ ਹੈ, ਜੇ ਕੋਈ ਸਿੱਖ ਨੂੰ ਇੱਕ ਸ਼ਬਦ ਸਿਖਾਉਂਦਾ ਹੈ ਕੋਈ, ਉਹ 7 ਸੋਨੇ ਦੇ ਮਹਿਲਾਂ ਜਿੰਨਾ ਉਹਦਾ ਉਦਮ ਮੰਨਿਆ ਜਾਂਦਾ ਹੈ। ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਐਸੇ ਤਰੀਕੇ ਨਾਲ ਕਿਸੇ ਮਹਾਂਪੁਰਸ਼ ਨੂੰ ਸਰੀਰ ਦੁਖਦਾ ਹੈ, ਬਿਰਧ ਹੋਣ ਕਰਕੇ, ਜਾਂ ਕੋਈ ਬਿਮਾਰ ਹੈ, ਉਹਦੀ ਸੇਵਾ ਕਰਨੀ, ਉਹਨੂੰ ਨਲਾ ਧਲਾ ਦੇਣਾ, ਇਹਦੇ ਵਰਗੀ ਤਾਂ ਰੀਸ ਹੀ ਕੋਈ ਨਹੀਂ ਹੈ। ਇਹਨੂੰ ਦੂਜੇ ਪਾਸੇ ਨਹੀਂ ਲਗਾਉਣਾ। ਹਾਂ, ਜੇ ਕਿਸੇ ਦੇ ਮਨ 'ਚ ਹੋਵੇ ਵੀ ਮੇਰੀ ਇਸ ਤਰ੍ਹਾਂ ਪੂਜਾ ਹੋਵੇ, ਮੈਂ ਸੰਤ ਹੈ, ਮੈਂ ਇਹ ਕੁਛ ਹੈ, ਉਹ ਠੀਕ ਨਹੀਂ ਹੈ। ਉਸ ਤਰ੍ਹਾਂ ਨਹੀਂ ਕਰਨਾ ਬਿਲਕੁਲ। ਡੇਰੇਦਾਰੀ ਨੇ ਤਾਂ ਖੋਖਲਾ ਕਰਕੇ ਰੱਖ ਦਿੱਤਾ ਹੈ ਗੁਰਮਤਿ ਨੂੰ, ਔਰ ਸਮਝ ਨਹੀਂ ਹੈ ਸਾਨੂੰ ਲੋਕਾਂ ਨੂੰ। ਅਸੀਂ ਨਾਲ ਜੁੜੇ ਹੋਏ ਹਾਂ। ਹਰ ਇੱਕ ਬੰਦਾ ਆਪਣੇ ਸੰਤ ਨੂੰ ਬ੍ਰਹਮ ਗਿਆਨੀ ਸਮਝਦਾ, ਰੱਬ ਕਹਿੰਦੇ ਬਲਕਿ ਤਾਂ ਵੀ ਰੱਬ ਹੈ ਉਹ ਤਾਂ ਜੀ। ਇਹ ਖਾਮ ਖਿਆਲੀ ਚੋਂ ਨਿਕਲਦੇ ਖਿਆਲ। ਸਾਧ ਸੰਗਤ ਜੀਓ, ਜੇ ਦਾਸਤਾ ਇੱਕ ਕਮਿਟਡ ਨਿਸ਼ਚਾ ਹੈ ਵੀ ਜੇ ਟਕਸਾਲਾਂ ਦੇ ਵਿੱਚ ਵਿਆਕਰਨ ਦੀ ਪੜ੍ਹਾਈ ਵੀ ਨਾਲ ਆ ਜਾਵੇ ਨਾ, ਉਹ ਵਿਰੋਧੀ ਤਾਂ ਨਹੀਂ ਹੈ ਵਿਆਕਰਨ ਦੇ, ਲੇਕਿਨ ਪੜ੍ਹਾਇਆ ਨਹੀਂ ਜਾਂਦਾ, ਇਹ ਗੱਲ ਵੀ ਪੱਕੀ ਹੈ। ਫਿਰ ਉਹਦੇ ਕਰਕੇ ਜਿਹੜੀ ਗੁਰਬਾਣੀ ਦੇ ਅਰਥ ਹੈ ਉਹ ਕਈ ਪਾਸਿਆਂ ਨੂੰ ਤੋੜ ਮਰੋੜ ਜਾਂਦੇ ਆਪਣੀ ਬੁੱਧੀ ਨਾਲ। ਵਿਆਕਰਨ ਨੇ ਇੱਕ ਅਰਥ ਦੱਸਣਾ, ਜੇ ਉਹ ਆ ਜਾਏ ਤਾਂ ਉਹਨਾਂ ਵਰਗੀ ਰੀਸੇ ਕੋਈ ਨਹੀਂ, ਉਹਨਾਂ ਦਾ ਬਾਕੀ ਸਾਰਾ ਕੁਛ ਠੀਕ ਹੈ। ਬਾਕੀ ਰਹੀ ਗੱਲ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ, ਸਿੱਖ ਦਾ ਸਿਰ ਝੁਕਦਾ ਹੈ ਅਕਾਲ ਤਖ਼ਤ ਸਾਹਿਬ ਨੂੰ। ਸ਼੍ਰੀ ਅਕਾਲ ਤਖ਼ਤ ਸਾਡੇ ਵਾਸਤੇ ਸੁਪਰੀਮ ਹੈ। ਉੱਥੇ ਬੈਠਾ ਵਿਅਕਤੀ ਗਲਤ ਹੋ ਸਕਦਾ, ਔਰ ਹੋਏ ਹੈ, ਹਿਸਟਰੀ 'ਚ ਵੀ ਹੋਏ ਆ, ਹੁਣੇ ਪਿੱਛੇ ਜੇ ਵੀ ਹੋਏ ਹੈ। ਉਹ ਬੰਦਾ ਗਲਤ ਹੋ ਜਾਊਗਾ, ਅਕਾਲ ਤਖ਼ਤ ਸਾਹਿਬ ਦੀ ਸੋਚ ਗਲਤ ਨਹੀਂ ਹੁੰਦੀ ਕਦੇ, ਉਹ ਇੱਕ ਸੋਚ ਹੈ। ਤੋ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਜਾਣਾ, ਉਹਦੀ ਮਰਿਆਦਾ ਵਿੱਚ ਚੱਲਣਾ, ਇਹ ਤਾਂ ਹੋਰ ਵੀ ਬਹੁਤ ਉੱਚੀ ਗੱਲ ਹੈ। ਉੱਥੇ ਆ ਕੇ ਸਾਨੂੰ ਜਿੰਨੇ ਵੀ ਡੇਰੇਦਾਰ ਹੈ, ਆਪਣੀ ਆਪਣੀ ਮਰਿਆਦਾ ਬਣਾਈ ਬੈਠੇ ਸਾਰੇ ਹੀ, ਉਹ ਹਉਮੈ ਚੋਂ ਹੀ ਨਿਕਲਦੀ ਹੈ, ਹੋਰ ਕਿਆ ਹੈ। ਅਸੀਂ ਉਹਨਾਂ ਨੂੰ ਸੰਤ ਸਮਝਦੇ, ਅਸਲ 'ਚ ਉਹਨਾਂ ਵਰਗੀ ਹਉਮੈ ਤਾਂ ਸਾਡੇ 'ਚ ਵੀ ਨਹੀਂ, ਕਿਸੇ 'ਚ ਆਮ ਬੰਦੇ 'ਚ ਵੀ ਨਹੀਂ, ਜਿੰਨੀ ਉਹ ਬਣਾਈ ਬੈਠੇ ਆਪਣੇ ਆਪ ਨੂੰ ਅਲੱਗ ਕਰਕੇ। ਸਾਰਿਆਂ ਨੂੰ ਬੇਨਤੀ ਇਹੀ ਕਰਨੀ ਚਾਹੀਦੀ ਹੈ ਵੀ ਭਾਈ ਤੁਸੀਂ ਵੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਜਾਓ। ਉਹ ਜਿਹੜੀ ਵਿਚਾਰ ਉੱਥੋਂ ਨਿਕਲੀ ਹੋਈ ਹੈ, ਕਿੰਨੇ ਸਾਲ ਰਿੜਕਿਆ ਗਿਆ, ਉਹਦੇ ਵਿੱਚ ਸੰਤ ਪੁਰਸ਼ ਵੀ ਸ਼ਾਮਿਲ ਸੀਗੇ, ਵਿਦਵਾਨ ਵੀ ਸੀਗੇ, ਸਾਰੀਆਂ ਜਥੇਬੰਦੀਆਂ ਸੀ। ਉਹਨਾਂ ਨੇ ਜਿਹੜੀ ਮਰਿਆਦਾ ਬਣਾਈ ਹੈ ਉਹਨੂੰ ਸਮਰਪਿਤ ਹੋ ਜਾਣਾ ਚਾਹੀਦਾ ਹੈ। ਦਾਸ ਦਾ ਇਹ ਖਿਆਲ ਹੈ। ਜੇ ਉਸ ਤੋਂ ਆਕੀ ਹੋ ਕੇ ਅਸੀਂ ਆਪਣਾ ਕੋਈ ਖਿਆਲ ਕਰਦੇ ਹਾਂ, ਫਿਰ ਤਾਂ ਆਪ ਹੀ ਸਮਝ ਲਿਓ ਵੀ ਅਸੀਂ ਕਿੱਥੇ ਕੁ ਜੇ ਖੜੇ ਹਾਂ। ਉਹ ਗੱਲ ਠੀਕ ਨਹੀਂ ਹੈ। ਤੋ ਦਿਓ ਆਗਿਆ, ਕੋਈ ਅਪਸ਼ਬਦ ਦੀ ਖਿਮਾ। ਬੁੱਧੀ ਅਨੁਸਾਰ ਹੈ ਬਾਤਾਂ, ਬੁੱਧੀ ਤਾਂ ਹਮੇਸ਼ਾ ਕੱਚੀ ਓ ਰਹਿੰਦੀ ਹੈ ਬੰਦੇ ਦੀ। ਗੁਰੂ ਮਹਾਰਾਜ ਵਿਵੇਕ ਬੁੱਧੀ ਬਣਾ ਦੇਵੇ ਤਾਂ ਫਿਰ ਸਭ ਕੁਛ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਸੰਬੰਧਕ ਜਾਂ ਪ੍ਰੈਪੋਜੀਸ਼ਨ ਅੰਗਰੇਜ਼ੀ 'ਚ ਕਹਿੰਦੇ ਜਿਹਨੂੰ, ਅੰਗਰੇਜ਼ੀ 'ਚ ਜਿਵੇਂ ਐਟ, ਔਨ, ਅਪੋਨ, ਅੰਡਰ, ਨੀਅਰ, ਫਾਰ, ਇਸ ਤਰ੍ਹਾਂ। ਤਾਂ ਪੰਜਾਬੀ 'ਚ ਸੰਬੰਧਕ ਹੁੰਦੇ ਜਿਹੜੇ ਇੱਕ ਦੂਜੇ ਦਾ ਸੰਬੰਧ ਜੋੜਦੇ ਆ। ਜਿਵੇਂ ਪਿਰ ਨਜ਼ੀਕ ਨਾ ਬੂਝੈ ਬਾਪੜੀ, ਸਤਿਗੁਰ ਦੀਆ ਦਿਖਾਈ। ਪਿਰ ਨਜ਼ੀਕ ਯਾਨੀ ਨੇੜੇ, ਇਹ ਸੰਬੰਧਕ ਹੈ। ਫਿਰ ਉਪਕੰਠ ਨਿਕਟ, ਕੰਨ, ਪਾਸ, ਪਾਹੇ, ਪਹਿ, ਇਹ ਵੀ ਸਾਰੇ ਸੰਬੰਧਕ ਹੈ। ਕਾ, ਕੀ, ਕੇਰਾ, ਕੇਰੀ, ਕੋ, ਦੀ, ਹੰਦਾ, ਸੰਦਾ। ਜਿਵੇਂ ਧਨਕ ਚੜਾਇਓ ਸੱਤ ਦਾ, ਜਸ ਹੰਦਾ ਬਾਣ, ਇਹ ਹੰਦਾ ਜਿਹੜਾ ਇਹ ਸੰਬੋਧਕ ਹੈ। ਵਾਹੂ ਸੰਦੇ ਕੱਪੜੇ, ਹਵਾ ਵਰਗੇ, ਇਹ ਵੀ ਸੰਬੋਧਕ ਹੈ। ਹਿਓ ਮਹਾਰਾਜ ਰੀ ਮਾਇਓ ਦੀ, ਮਾਇਓ, ਹਿਓ ਮਹਾਰਾਜ ਰੀ ਮਾਇਓ, ਰੀ ਮੈਨੇ ਦੀ, ਇਹ ਵੀ ਸੰਬੰਧਕ ਹੈ। ਜਾਂ ਕੋ ਲੈਣੋ ਮਹਾਰਾਜ ਰੀ ਗਾਂਠੜੀਓ, ਇਹ ਵੀ ਰੀ ਦਾ ਮਤਲਬ ਦੀ ਹੈ। ਮਰਾਠੀ ਦੇ ਵਿੱਚ ਚ, ਚੋ, ਚੇ, ਚੀ, ਚ ਇਹ ਮਿਲਦੇ ਹੈ। ਜਿਵੇਂ ਤਾਂ ਚ ਹੰਸਾ ਸਗਲਾ ਜਨਾ, ਭਰਮ ਭਰਮਾਏ ਤੁਮ ਚੇ ਦੁਆਰਾ, ਇਹ ਸੰਬੰਧਕ ਹੈ ਸਾਰੇ ਮਰਾਠੀ ਦੇ। ਤੁਮ ਚੀ ਸੰਗਤ ਸੰਤ ਕਥਾ ਰਸ, ਸਿੰਘ ਚ ਭੋਜਨ ਜੋ ਨਰ ਜਾਣੈ, ਚ ਸਿੰਘ ਦਾ, ਸ਼ੇਰ ਦਾ ਭੋਜਨ। ਏਤੇ ਜੀ ਜਾਂਚੈ, ਏਤੇ ਜੀ ਜਾਂ ਚੈ ਹੈ ਘਰੀ, ਉਸ ਦਾ ਘਰ। ਪਾਖਾਨ ਕੀਟ ਗੁਪਤ ਹੋਏ ਰਹਿਤਾ, ਤਾਂ ਚੋ ਮਾਰਗ ਨਾਹੀ, ਉਸ ਦਾ, ਚੋ ਮੈਨੇ ਦਾ। ਸਿੰਧੀ ਬੋਲੀ ਦਾ ਖੇ ਸ਼ਬਦ ਹੈ ਜਿਹੜਾ, ਇਹ ਵੀ ਸੰਬੰਧਕ ਹੈ। ਕੁਛ ਇਸ ਤਰ੍ਹਾਂ ਦੇ ਵੀ ਆਉਂਦੇ, ਬਿਨਾ, ਬਿਨ, ਵਿਣ, ਬਿਹੂਨ, ਰਹਿਤ, ਬਾਝੋਂ, ਬਾਹਰਾ, ਬਾਝ, ਇਹ ਵੀ ਸੰਬੰਧਕ ਹੈ। ਫਿਰ ਬਿਹੂਨ ਕਤੈ ਸੁਖ ਪਾਏ, ਕਤੈ ਵੀ ਇਸ ਤਰ੍ਹਾਂ ਹੀ ਹੈ। ਬਿਹੂਨ, ਬਿਹੂਨ ਵੀ ਇਸ ਤਰ੍ਹਾਂ ਹੀ ਹੈ, ਪਤੀ ਤੋਂ ਬਿਨਾਂ। ਇਕਸ ਸਤਿਗੁਰ ਬਾਹਰਾ, ਤ੍ਰਿਗ ਜੀਵਨ ਸੰਸਾਰ, ਆ ਬਾਹਰਾ ਸ਼ਬਦ ਇਹ ਵੀ ਸੰਬੰਧਕ ਹੈ। ਰਾਮ ਸੇਵਕ ਭੈ ਰਹਿਤ ਕੀਨ, ਰਹਿਤ ਵੀ ਸੰਬੰਧਕ ਹੈ। ਇਹ ਤਿੰਨ ਸ਼ਬਦ ਸਾਧ ਸੰਗਤ ਜੀ ਹਮੇਸ਼ਾ ਔਕੜ ਨਾਲ ਆਉਂਦੇ ਆ। ਬਿਨ, ਵਿਣ, ਬਾਝ, ਇਹ ਬਿਨਾਂ ਔਕੜ ਤੋਂ ਨਹੀਂ ਆਉਂਦੇ ਕਦੇ ਵੀ। ਫਿਰ ਅੱਗੇ ਹੈ ਸਿਉ, ਨਾਲੇ, ਸੇਤੀ, ਸਾਥ, ਸੰਗ, ਸੌ, ਸੌ, ਲਉ, ਇਹ ਸਾਰੇ ਹੀ ਸੰਬੰਧਕ ਹੈ। ਅੱਗੇ ਚੱਲ ਕੇ ਹਮੇਸ਼ਾ ਸਿਆਰੀ ਨਾਲ ਆਉਣ ਵਾਲੇ ਸੰਬੰਧਕ ਵੀ ਹੈ। ਜਿਵੇਂ ਨਾਲ, ਲੱਲੇ ਨੂੰ ਸਿਆਰੀ ਨਾਲ ਆਉਂਦਾ ਹਮੇਸ਼ਾ। ਪ੍ਰਤੀ, ਸਾਥ, ਤੱਥੇ ਨੂੰ ਸਿਆਰੀ ਨਾਲ ਆਉਂਦਾ। ਅਜਾਮਲ ਪ੍ਰੀਤ ਪੁੱਤਰ ਪ੍ਰਤੀ ਕੀਨੀ, ਤੱਤੇ ਨੂੰ ਸਿਆਰੀ, ਪ੍ਰਤੀ ਇਹ ਵੀ ਸੰਬੰਧਕ ਹੈ, ਪੁੱਤਰ ਦੇ ਨਾਲ ਪ੍ਰੀਤ। ਇੱਕ ਜਗ੍ਹਾ ਆਉਂਦਾ ਹੈ, ਅਰਪੈ ਨਾਰ ਸਿੰਗਾਰ ਸਮੇਤ, ਜੇ ਉਹ ਗਹਿਣ ਕਲੈ ਕੁਲ ਖੇਤ, ਅਰਪੈ ਨਾਰ ਸਿੰਗਾਰ ਸਮੇਤ। ਸਮੇਤ ਜਿਹੜਾ ਸ਼ਬਦ ਹੈ ਇਹ ਵੀ ਸੰਬੰਧਕ ਹੈ। ਜਿਉ, ਸਮਾਨ, ਜੇਬਿਹਾ, ਵਾਂਗ, ਜਸ, ਸਾ, ਨਿਆਈ, ਸਾਣ, ਜੇਬ। ਜਿਵੇਂ ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ, ਇਹ ਜਿਹੜਾ ਸਮਾਨ ਸ਼ਬਦ ਹੈ ਇਹ ਯਾਨੀ ਬਰਾਬਰ ਕਹਿੰਦੇ ਜਿਹਨੂੰ, ਇਹ ਵੀ ਸੰਬੰਧਕ ਹੈ। ਕੋਈ ਹਰ ਸਮਾਨ ਨਹੀਂ ਰਾਜਾ, ਸਮਾਨ ਸ਼ਬਦ। ਇਸੇ ਤਰ੍ਹਾਂ ਹੀਰੇ ਜੈਸਾ ਜਨਮ ਹੈ, ਇਹ ਜਿਹੜਾ ਜੈਸਾ ਇਹ ਵੀ ਸੰਬੰਧਕ ਹੈ। ਜਾਂ ਕਹਿ ਹਰਸਾ ਠਾਕੁਰ ਭਾਈ, ਸਾ ਵੀ ਸੰਬੰਧਕ ਹੈ। ਉਹ ਜੇਬ ਸਾਇਰ ਦੇ ਲਹਿਰਾਂ, ਜੇਬ ਵੀ ਸੰਬੰਧਕ ਹੈ। ਉਧਰ ਨੈਸਾਨ ਨਾ ਭਰੀਏ, ਨੈਸਾਨ, ਨੈ ਹੁੰਦੀ ਹੈ ਨਦੀ, ਸਾਨ ਹੁੰਦਾ ਵਾਂਗ, ਉਧਰ ਨੂੰ ਪੇਟ ਨੂੰ ਨਦੀ ਵਾਂਗ ਨਾ ਭਰੀਏ। ਕੁਛ ਮੱਧ, ਮਾਹੇ, ਮਾਹੀ, ਮੰਦੇ, ਮੰਝ, ਮਝਾਰ, ਵਿੱਚ, ਅੰਤਰ, ਮਿਆਨੇ, ਮੋਹ, ਮਝਾਹੂ, ਮੈਂ,
ਇਹ ਸਾਰੇ ਸੰਬੰਧਕ ਹੈ। ਉਤਪਤ ਪਰਲੋ ਨਿਮਖ ਮਝਾਰ, ਮਝਾਰ ਮੈਨੀ ਵਿੱਚ। ਰਾਮ ਨਾਮ ਨਿਸਵਾਸਰ ਮੈਂ ਨਿਮਖ ਏਕ ਉਰਧਾਰੋ, ਨਿਸਵਾਸਰ ਵਿੱਚ। ਅਨੇਕ ਭੋਗ ਰਾਜ ਵਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਭਇਆ। ਪੈ ਮੈਨੇ ਵਿੱਚ, ਸੰਸਾਰ ਸਾਗਰ ਦੇ ਵਿੱਚ ਵੀ ਅਮਰ ਹੋ ਜਾਂਦਾ। ਤੋ ਇਹ ਸਾਰੇ ਸੰਬੰਧਕ ਹੈ ਭਾਈ। ਬੁੱਢ ਭੁਜ ਰੂਪ ਜੀਵੇ ਜਗ ਮਝਿਆ, ਜਗ ਵਿੱਚ, ਇਹ ਵੀ ਸੰਬੰਧਕ ਹੈ। ਆਸ ਪਾਸ ਕਰਨ ਤੁਰਸੀ ਕਾ ਬਿਰਵਾ, ਮਾਝ ਬਨਾਰਸ ਗਾਉ ਰੇ, ਮਾਝ ਵਿੱਚ। ਗੁਰ ਕਾ ਸ਼ਬਦ ਗੁਰ ਥੈ ਟਿਕੈ, ਥੈ ਸ਼ਬਦ ਵੀ ਸੰਬੰਧਕ ਹੈ ਗੁਰ ਦੇ ਵਿੱਚ। ਮੱਧ ਮਹਿ ਮਾਹੇ ਵਿੱਚ ਅੰਤਰ ਨਿਰੰਤਰ, ਇਹ ਹਮੇਸ਼ਾ ਹੀ ਸਿਆਰੀ ਨਾਲ ਆਉਂਦੇ। ਮੱਧ ਮਹਿ ਮਾਹੇ ਵਿੱਚ ਅੰਤਰ ਨਿਰੰਤਰ। ਅੱਗੇ ਹੈ ਕौ ਨੌ ਕੂ ਸੌ ਖੇ ਕੂ ਜੋਗ ਕਉ। ਜਿਵੇਂ ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਜੋਗ ਦਾ ਮਤਲਬ ਹੈ ਦਾ, ਕਿਸੇ ਦਾ ਦੋਸ਼ ਨਹੀਂ ਹੁੰਦਾ, ਆਪਣੇ ਕਰਮਾਂ ਦਾ ਦੋਸ਼ ਹੈ। ਕਾਰਨ ਕੈ ਅਰਥ ਜੋਗ ਹੇਤ ਨਵਿਤ, ਇਹ ਸਾਰੇ ਸੰਬੰਧਕ ਹੈ। ਏਕ ਜੀ ਕੈ ਜੀ ਖਾਹੀ, ਜਾਂ ਕੈ ਕੀਐ ਸ਼ਰਮ ਕਰੈ, ਜਿਹਦੇ ਕਰਕੇ ਸਿਰ ਮਿਹਨਤ ਕਰਦਾ ਤੇ ਵੈਰ ਵਿਰੋਧ। ਕਾਰਨ ਨਵਿਤ, ਕਿਸੇ ਦੇ ਨਵਿਤ, ਇਹ ਵੀ ਸੰਬੰਧਕ ਹੈ। ਮਨ ਮੈਂ ਝੂਰੈ ਰਾਮਚੰਦ ਸੀਤਾ ਲਛਮਣ ਜੋਗ, ਜੋਗ ਵੀ ਸੰਬੰਧਕ ਹੈ। ਇਹਦਾ ਮਤਲਬ ਹੈ ਸੀਤਾ ਲਛਮਣ ਲਈ। ਤੇ ਪਾਹਾ ਦੋ ਸੈ ਪਾਸੋਂ ਥਾਵੋਂ ਪਹੋ, ਇਹ ਸਾਰੇ ਸੰਬੰਧਕ ਹੈ। ਨਰਸੈ ਨਾਰ ਹੋਏ ਉਤਰੈ, ਨਰ ਤੋਂ ਨਾਰ ਹੋਏ ਸੰਬੰਧਕ। ਕਹਿ ਰਵਿਦਾਸ ਹਾਥ ਪੈ ਨੇਰੇ, ਹੱਥ ਤੋਂ ਵੀ ਨੇੜੇ, ਪੈ ਮੈਨੇ ਤੋਂ, ਇਹ ਵੀ ਸੰਬੰਧਕ ਹੈ। ਉੱਪਰ ਪਰ ਤਲ ਹੇਠ ਜੇਰ ਉਤੈ, ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ। ਸਭ ਉੱਪਰ, ਸਭ ਉੱਤੇ, ਇਹ ਸੰਬੰਧਕ ਹੈ। ਜਸ ਕਾਗਦ ਪਰ ਮਿਟੈ ਨਾ ਮੰਸ, ਪਰ ਵੀ ਸੰਬੰਧਕ ਹੈ। ਉੱਪਰ ਗਗਨ, ਗਗਨ ਪਰ ਗੋਰਖ, ਗਗਨ ਯਾਨੀ 10ਵਾਂ ਦੁਆਰ, ਇਹਦੇ ਉੱਤੇ ਵੀ ਪਰਮਾਤਮਾ ਹੈ। ਆਗੈ ਪਾਛੈ, ਭਗਤ ਕਰੋ ਗੁਰ ਆਗੈ, ਇਹ ਸੰਬੰਧਕ ਹੈ। ਜੇਵਡ ਬਰਾਬਰ ਮਿਕਦਾਰਾ ਸਮਸਰ, ਸਾਰ ਤੁਲ ਭਰ ਸਾਰਖੇ ਸਰ, ਨਾ ਵੱਢਣ ਘਟਣ ਤਿਲ ਸਾਰ, ਇਹ ਜਿਹੜਾ ਤਿਲ ਹੈ ਇਹ ਵੀ ਸੰਬੰਧਕ ਹੈ। ਬਾਦਰੈ ਬਦਲੈ ਸਣੈ ਬਦਲਾਵਨ, ਤਾਈ ਲਉ ਪੈ, ਇਹ ਸਭ ਸੰਬੰਧਕ ਹੈ। ਸੰਬੰਧਕ ਬਹੁਤ ਹੈ ਗੁਰਬਾਣੀ ਦੇ ਵਿੱਚ, 100 ਦੇ ਕਰੀਬ ਹੋਣਗੇ। ਵਿਟੋਂ ਕਉ ਕੈ ਨੌ ਕੰਨ ਵੱਲ ਹੋਰ ਧਿਰ, ਇਹ ਸਭ ਸੰਬੰਧਕ ਹੈ। ਤੋ ਮੋਟੀ ਵਿਚਾਰ ਹੈ, ਜੇ ਸੰਬੰਧਕਾਂ ਦਾ ਪਤਾ ਲੱਗ ਜਾਏ ਤਾਂ ਸਾਨੂੰ ਇਸ ਗੱਲ ਦੀ ਸਮਝ ਆ ਜਾਊਗੀ ਵੀ ਜਿਹੜਾ ਇਮੀਡੀਏਟ ਮੋਹਰਲਾ ਅੱਖਰ ਨਾਉਨ ਪੁਲਿੰਗ ਹੈ ਉਹਦਾ ਔਂਕੜ ਆਪਣੇ ਆਪ ਉੱਡ ਜਾਏਗਾ, ਪਤਾ ਲੱਗ ਜਾਂਦਾ ਵੀ ਇਹ ਸੰਬੰਧਕ ਹੈ ਇੱਥੇ। ਇੱਕ ਅੱਧੀ ਐਕਸੈਪਸ਼ਨ ਦੇ ਨਾਲ, ਇਹ ਜਨਰਲ ਨਿਯਮ ਹੈ। ਤੋ ਇਹ ਸਾਰੇ ਜਿੰਨੇ ਵੀ ਸੰਬੰਧਕ ਹੈ ਗੁਰਬਾਣੀ 'ਚ, ਇਹਨਾਂ ਦਾ ਬਹੁਤ ਪ੍ਰਯੋਗ ਹੋਇਆ ਹੋਇਆ। ਜੇ ਥੋੜ੍ਹੀ ਬਹੁਤਾ ਇਹਨਾਂ ਦਾ ਗਿਆਨ ਹੋਵੇ ਤਾਂ ਬਾਣੀ ਦੇ ਜਿਹੜੇ ਅਰਥ ਹੈ ਉਹ ਬੜੇ ਸੌਖੇ ਹੋ ਜਾਂਦੇ। ਨਹੀਂ ਫਿਰ ਅਸੀਂ ਇੱਧਰ ਉੱਧਰ ਨੂੰ ਖਿੱਚ ਕੇ ਅਰਥ ਕਰਦੇ ਹਾਂ, ਖਿੱਚ ਕੇ ਅਰਥ ਕਰਨੇ ਜਿਹੜੇ ਉਹ ਠੀਕ ਨਹੀਂ ਹੁੰਦੇ, ਕਿਉਂਕਿ ਅਰਥ ਤਾਂ ਇੱਕੋ ਹੀ ਰਹਿਣਾ ਵਿਆਕਰਨ ਦੇ ਮੁਤਾਬਕ। ਸਾਡੀ ਸਮਝ ਇੱਧਰ ਉੱਧਰ ਹੋ ਸਕਦੀ ਹੈ, ਵਿਆਕਰਨ ਨਹੀਂ ਹੁੰਦਾ ਕਦੇ ਵੀ। ਗੁਰੂ ਮਹਾਰਾਜ ਨੂੰ ਵਡਿਆਈ ਜਾਂਦੀ ਇਸ ਗੱਲ ਦੀ ਬਈ ਇੰਨਾ ਅੰਦਰ ਉਹਨਾਂ ਦੇ ਬ੍ਰਹਮ ਗਿਆਨ, ਬਈ ਕੋਈ ਚੀਜ਼ ਛੱਡਿਓ ਨਹੀਂ ਹੈ ਉਹਨਾਂ ਨੇ। ਕਿਸੇ ਵੀ ਭਾਸ਼ਾ ਦਾ ਜਿਹੜਾ ਵਿਆਕਰਨ ਹੈ ਉਹ ਵਿੱਚ ਦਿੱਤਾ ਹੋਇਆ। ਇਹ ਤਾਂ ਥੋੜ੍ਹਾ ਜਿਹਾ ਸਾਧ ਸੰਗਤ ਜੀ, ਹੋਰ ਵੀ ਹੈ ਅਜੇ ਕਈ ਭਾਸ਼ਾਵਾਂ ਹੋਰ ਹੈ, ਜਿਵੇਂ ਸੰਸਕ੍ਰਿਤ ਹੈ ਉਹਦੇ ਵਿੱਚ ਸੰਬੰਧਕ ਹੈ, ਪ੍ਰਪੋਜੀਸ਼ਨਾਂ ਹੈ, ਔਰ ਫਾਰਸੀ 'ਚ ਵੀ ਹੈ। ਇਸ ਕਰਕੇ ਥੋੜ੍ਹਾ ਜਿਹਾ ਜਾਗ ਲਾਉਣ ਦੀ ਗੱਲ ਹੈ। ਬਾਕੀ ਆਪਣੇ ਆਪ 'ਤੇ ਜਦੋਂ ਕਿਸੇ ਨੂੰ ਚੇਟਕ ਲੱਗ ਜਾਂਦੀ ਹੈ ਉਹ ਫਿਰ ਆਪੇ ਟੋਲ ਲੈਂਦਾ। ਇਹ ਦਾਸਰੇ ਦੀ ਪਹਿਲੀ ਜ਼ਿੰਦਗੀ 'ਚ ਅੱਜ ਤੋਂ 30-40 ਸਾਲ ਪਹਿਲਾਂ ਅਭਿਆਸ ਕਰਿਆ ਹੋਇਆ ਗੁਰਬਾਣੀ ਦਾ, ਉਦੋਂ ਦੇ
ਕੁਛ ਲਿਖੇ ਹੋਏ ਹੈ, ਕੁਛ ਯਾਦ ਹੈ। ਹੁਣ ਤਾਂ ਜ਼ਿਆਦਾ ਧਿਆਨ ਉੱਧਰ ਨਹੀਂ ਹੈ, ਹੁਣ ਤਾਂ ਸਿਰਫ ਅਟਰੈਂਸ ਵੱਲ, ਜਪ ਵੱਲ ਧਿਆਨ ਹੈ। ਤੇ ਜਿਹੜਾ ਵਿਚਾਰ ਹੈ ਉਹ ਆਪ ਜੀ ਨਾਲ ਉਹ ਕਰਕੇ ਹੋਰ ਤਾਜ਼ੀ ਹੋਈ ਜਾ ਰਹੀ ਹੈ। ਪਿਛਲਾ ਸਾਰਾ ਹੀ ਖਿਆਲ ਆਉਂਦਾ। ਸਮੁੱਚੀ ਸਮਗਰ ਗੁਰਬਾਣੀ ਜਦੋਂ ਪੜ੍ਹਦੇ ਹਾਂ ਤਾਂ ਇਹ ਸਾਰੇ ਸ਼ਬਦ ਵਿੱਚ ਆਪੇ ਆ ਹੀ ਜਾਣੇ ਕਿਤੇ ਨਾ ਕਿਤੇ। ਖਿਆਲ ਰੱਖਣ ਵਾਲੀ ਗੱਲ ਹੈ। ਕੋਈ ਅਪਸ਼ਬਦ ਦੀ ਖਿਮਾ। ਇੱਕ ਵਾਰ ਫਿਰ ਤੋਂ ਇਹ ਦੱਸਦੇ ਹੋਏ ਵੀ ਇਹ 3 ਸ਼ਬਦ ਹੈ ਜਿਹੜੇ ਹਮੇਸ਼ਾ ਔਂਕੜ ਨਾਲ ਬੰਨੇ, ਬਿਨ, ਵਿਣ, ਬਾਝ, ਝੱਜੇ ਨੂੰ। ਔਰ ਇਹ 3 ਸ਼ਬਦ ਹੈ ਹਮੇਸ਼ਾ ਸਿਆਰੀ ਨਾਲ ਆਉਂਦੇ, ਨਾਲ, ਪ੍ਰਤੀ, ਸਾਥ। ਸੱਸੇ ਨੂੰ ਕਰਨਾ, ਤੱਥੇ ਨੂੰ ਸਿਆਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਬਖਸ਼ੀ ਹੋਈ ਪਿਆਰੀ ਸਾਧ ਸੰਗਤ ਜੀਓ, ਵਿਚਾਰ 5 ਬਾਣੀਆਂ ਦੀ ਚੱਲ ਰਹੀ ਹੈ। ਕੋਈ ਇਕੱਠ ਸਬੂਤ ਜਿਵੇਂ ਭਾਈ ਮਨਜੀਤ ਸਿੰਘ ਜੀ ਨੇ ਕਿਹਾ ਇਸ ਤਰ੍ਹਾਂ ਦਾ ਤਾਂ ਮਿਲਦਾ ਨਹੀਂ। ਉਂਝ ਕਹਾਵਤ ਵਿੱਚ ਇਹੀ ਹੈ ਵੀ 5 ਬਾਣੀਆਂ। ਹੁਣ ਇਹਦੇ ਬਾਰੇ 'ਚ ਜੇ ਭਾਈ ਗੁਰਦਾਸ ਜੀ ਨੂੰ ਮੰਨ ਲਈਏ ਗੱਲ, ਤਾਂ ਉਸ ਟਾਈਮ ਥਾਈਂ ਸਿਰਫ 3 ਬਾਣੀਆਂ ਸੀਗੀਆਂ। ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਚਾਰਾ। ਜਾਪ ਜਪਜੀ ਸਾਹਿਬ ਤੋਂ ਮਤਲਬ ਹੈ। ਉਦੋਂ ਜਾਪ ਸਾਹਿਬ ਤਾਂ ਹੈ ਨਹੀਂ ਸੀ ਕਿਉਂਕਿ ਦਸ਼ਮੇਸ਼ ਜੀ ਦੀ ਬਾਣੀ ਆ। ਫਿਰ ਅੰਮ੍ਰਿਤ ਸੰਸਕਾਰ ਵਿੱਚ 5 ਬਾਣੀਆਂ ਉਚਾਰੀਆਂ ਜਾਂਦੀਆਂ, ਜਿਵੇਂ ਭਾਈ ਡਾਕਟਰ ਜਸਪਾਲ ਵੀਰ ਸਿੰਘ ਜੀ ਨੇ ਫਰਮਾਇਆ। ਠੀਕ ਬਾਤ ਹੈ ਉਹ ਵੀ। ਸਵੇਰ ਵੇਲੇ 5 ਬਾਣੀਆਂ ਦਾ ਉਚਾਰਨ ਹੁੰਦਾ ਹੈ, ਆਪਾਂ ਕਰਦੇ ਹਾਂ, ਜਪ ਕਰਦੇ ਹਾਂ। ਸ਼ਾਇਦ ਉਸੇ ਕਰਕੇ 5 ਬਾਣੀਆਂ ਕਹਿ ਦਿੰਦੇ ਹਾਂ, ਕਿਉਂਕਿ ਦੂਜੀਆਂ ਸ਼ਾਮ ਨੂੰ ਪੜ੍ਹੀ ਜਾਂਦੀ ਹੈ, ਇੱਕ ਫਿਰ ਪੈਣ ਲੱਗੇ ਪੜ੍ਹੀ ਜਾਂਦੀ ਹੈ। ਕਹਾਵਤ ਵਿੱਚ 5 ਹੈ ਕਿਉਂਕਿ ਸਿੱਖੀ ਦੇ ਵਿੱਚ 5 ਦਾ ਇੱਕ ਖਾਸ ਮਹੱਤਵ ਹੈ। 5 ਪਿਆਰੇ, 5 ਬਾਣੀਆਂ, ਇਹ ਸਾਰਾ ਕੁਛ 5 ਚੱਲਦਾ ਹੈ। 5 ਤਖ਼ਤ, 5 ਕਿਲ੍ਹੇ ਸ੍ਰੀ ਅਨੰਦਪੁਰ ਸਾਹਿਬ 'ਚ। ਇਹਦੀ ਬਹੁਤ ਕੋਈ ਅੰਦਰ ਤੇ ਬਹੁਤ ਇੰਟਰਿੰਸਿਕ ਵੈਲਿਊ ਜਿਹਨੂੰ ਕਹਿੰਦੇ ਅੰਦਰ ਕੋਈ ਮਹੱਤਤਾ ਹੈ ਜੀ ਗੁਰੂ ਸਾਹਿਬ ਦੇ ਮੁਤਾਬਕ 5 ਦੀ। ਇਸ ਕਰਕੇ 5 ਬੜਾ ਪਵਿੱਤਰ ਚੀਜ਼ ਮੰਨੀ ਜਾਂਦੀ ਹੈ। ਪੰਚ ਜਿਹਨੂੰ 5 ਪੰਚ ਕਹਿ ਦਿੰਦੇ ਆਪਾਂ, 5 ਪਿਆਰੇ। ਉਹ ਜਿਹੜੀ ਬਾਤ ਹੈਗੀ ਹੈ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਇਹ ਤਾਂ 3 ਆਪਾਂ ਸਵੇਰੇ ਪੜ੍ਹਦੇ ਹਾਂ। ਪੜ੍ਹਨ ਨੂੰ ਤਾਂ 5 ਪੜ੍ਹਦੇ ਹਾਂ ਵੈਸੇ, ਲੇਕਿਨ ਸ਼ਾਮ ਦੇ ਟਾਈਮ 'ਚ 5 ਪੌੜੀਆਂ ਆਨੰਦ ਸਾਹਿਬ ਦੀਆਂ ਵੀ ਆ ਜਾਂਦੀਆਂ ਅਤੇ ਚੌਪਈ ਸਾਹਿਬ ਵੀ ਆ ਜਾਂਦੀ ਹੈ। ਇਸ ਕਰਕੇ ਆਨੰਦ ਸਾਹਿਬ ਦੀਆਂ 5 ਪੌੜੀਆਂ ਜਿਹੜੀਆਂ ਸ਼ਾਮ ਨੂੰ ਪੜ੍ਹਦੇ ਹਾਂ, ਸ਼ਾਇਦ ਉਹਦੇ ਕਰਕੇ ਕਿਸੇ ਦੀ ਇਹ ਚੱਲੀ ਆ ਰਹੀ ਸੀਨਾ ਬਸੀਨਾ ਗੱਲ ਵੀ 5 ਬਾਣੀਆਂ ਦਾ ਪਾਠ ਹੁੰਦਾ, ਕਰਨਾ ਚਾਹੀਦਾ ਸਾਨੂੰ। ਉਂਝ ਜਿਹੜੀ ਰਹਿਤ ਮਰਿਆਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਭਾਵੇਂ ਮਾਨਤਾ ਮਿਲੀ ਨਾ ਮਿਲੀ, ਲੇਕਿਨ ਸੰਗਤ ਨੇ ਤਾਂ ਉਹਨੂੰ ਕਬੂਲ ਕਰ ਲਿਆ ਸੀਗਾ, ਡੇਰਿਆਂ ਵਾਲੇ ਨਹੀਂ ਕਰ ਰਹੇ। ਉਹਦੇ ਵਿੱਚ ਫਿਰ 5 ਬਾਣੀਆਂ ਸਵੇਰੇ, ਜਿਹਦੇ 'ਚ ਪੂਰਾ ਸਮੁੱਚਾ ਆਨੰਦ ਸਾਹਿਬ ਔਰ ਚੌਪਈ ਸਾਹਿਬ ਵੀ ਆਉਂਦਾ, ਫਿਰ 7 ਬਣਦੀਆਂ ਨੇ। ਹੁਣ ਇਹ ਤਾਂ ਇਕੱਲਾ ਬੰਦਾ ਤਾਂ ਇਹਦੇ ਬਾਰੇ ਕੋਈ ਨਿਰਣਾ ਕਰ ਹੀ ਨਹੀਂ ਸਕਦਾ, ਕਿਉਂਕਿ ਇਹ ਵੀ ਪੰਥ ਦਾ ਫੈਸਲਾ ਹੈ, ਗੁਰੂ ਦਾ ਫੈਸਲਾ ਪੰਥ ਦੇ ਰੂਪ 'ਚ ਵੀ 5 ਬਾਣੀਆਂ ਸਵੇਰੇ, 2 ਸ਼ਾਮ ਨੂੰ। 16 ਸਾਹਿਬ ਦਾ ਵੀ ਜਿਹੜਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦਾ ਬਾਣੀ ਦਾ, ਉਹ ਉੱਥੇ ਕੀਰਤਨ ਜਾਂ ਆਰਤੀ ਨਹੀਂ ਲਿਖਿਆ ਵਾ, ਨਾਲ ਇਕੱਲਾ ਹੀ 16 ਲਿਖਿਆ ਹੋਇਆ। 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਨੇ ਇਹਨੂੰ ਆਰਤੀ 16 ਕਿਹਾ, ਤੇ ਸਿੱਖਾਂ ਵਿੱਚ ਰਵਾਇਤ ਕੀਰਤਨ 16 ਦੀ ਵੀ ਹੈ, ਹੁਣ ਵੀ ਕਹੀ ਜਾਂਦੇ ਕੀਰਤਨ 16। ਇਹ ਤਾਂ ਇਹਦੇ ਬਾਰੇ ਤਾਂ ਕੋਈ ਨਿਰਣਾ ਨਹੀਂ ਕਰ ਸਕਦਾ। ਵੈਸੇ ਸ਼ਬਦ 16 ਹੀ ਕਹਿਣਾ ਚਾਹੀਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ। ਇਸ ਕਰਕੇ ਇਹਨਾਂ ਚੀਜ਼ਾਂ ਬਾਰੇ ਕੋਈ ਬਹੁਤਾ ਨਿਰਣਾ ਨਹੀਂ ਕਰਿਆ ਜਾ ਸਕਦਾ। ਇੰਡੀਵਿਜੂਅਲ ਸੋਚ ਹੋ ਸਕਦੀ ਹੈ ਸਾਡੀ ਸਭ ਦੀ, ਪਰ ਜੇ ਪੰਥ ਮਰਿਆਦਾ ਜਿਹੜੀ ਬਣ ਚੁੱਕੀ ਹੈ ਉਹਨੂੰ ਫੋਲੋ ਕਰਨਾ ਠੀਕ ਹੈ। ਸਾਡਾ ਉਹ ਵੀ ਗੁਰੂ ਦੇ ਰੂਪ 'ਚ ਫੈਸਲਾ ਹੈ ਪੰਥ ਦਾ, ਉਹ ਮੰਨ ਲੈਣੀ ਚਾਹੀਦੀ ਹੈ। ਠੀਕ ਹੈ ਗੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।